ਜਿਹੜੀ ਸਰਕਾਰ ਨੇ ਹਸਪੀਟਲ ਦਾ ਵਾਅਦਾ ਕੀਤਾ ਬਜਟ ਵਿੱਚ ਹੈਗਾ ਜੀ, ਹੈ ਨਹੀਂ ਸੀਗਾ। ਪਲਾਨ 'ਚ ਹੈਗਾ ਜੀ, ਪਲਾਨ ਹੈ ਨਹੀਂਗਾ। ਸਾਰੀ ਆਰਡੀਨੈਂਸ ਤੁਸੀਂ ਕਹਿ ਰਹੇ ਹੋ ਕੈਪੀਟਲ ਕਿਸੇ ਨੂੰ ਨਹੀਂ ਸਮਝ ਆਉਂਦਾ। ਕੈਪੀਟਲ 'ਚ ਹੈਗਾ ਜੀ, ਇਹਦੇ ਵਿੱਚ ਹੈਗਾ ਆ। ਫਿਰ ਤੁਸੀਂ ਕਿਹਾ ਕਿ ਸਾਡੇ ਕੋਲ ਫੰਡਿੰਗ ਪਈ ਆ, ਫੰਡਿੰਗ ਵੀ ਹੈ ਨਹੀਂ। ਕਿੱਥੇ ਆ ਦਿਖਾਓ, ਪਤਾ ਨਹੀਂ ਜੀ ਕਿੱਥੇ ਆ। ਇਹ ਝੂਠੀ ਸਰਕਾਰ ਆ, ਝੂਠੀ ਸਰਕਾਰ ਆ। ਅਸੀਂ ਤਾਂ ਜਿਹੜੀ ਸਾਡੀ ਪਿਛਲੀ ਐਨਡੀਪੀ ਦੀ ਸਰਕਾਰ ਸੀਗੀ, ਉਹਨਾਂ ਨੇ ਜ਼ਮੀਨ ਖਰੀਦੀ ਹੋਈ ਸੀਗੀ ਔਰ ਉਹਨਾਂ ਨੇ ਉਹ ਜ਼ਮੀਨ 152 ਤੇ ਹਾਈਵੇ 10 ਦੇ ਉੱਤੇ ਸੀਗੀ। ਤੁਹਾਡੀ ਸਰਕਾਰ, ਲਿਬਰਲ ਸਰਕਾਰ ਔਰ ਤੁਹਾਡੇ ਲੀਡਰ ਨੇ ਉਹ ਜ਼ਮੀਨ ਆਪਣੇ ਦੋਸਤਾਂ ਨੂੰ, ਡਿਵੈਲਪਰ ਦੋਸਤਾਂ ਨੂੰ ਦੇ ਦਿੱਤੀ। ਪਰ ਦਿਲਰਾਜ, ਪਰ ਤੁਸੀਂ ਹਸਪੀਟਲ ਦਾ ਇੱਕ ਵਾਅਦਾ ਸੀਗਾ ਸਾਡੇ ਸਰੀ ਨਿਵਾਸੀਆਂ ਲਈ, ਤੁਸੀਂ ਉਹ ਨਹੀਂ ਪੂਰਾ ਕੀਤਾ। ਉਹਦੇ ਜਿਹੜੀ ਉਹ ਜ਼ਮੀਨ ਅਸਾਈਨਡ ਫॉर ਅ ਨਿਊ ਸਰੀ ਹਸਪੀਟਲ, ਯੂ ਡਿਡ ਨਾਟ ਬਿਲਡ ਇਟ। And I respect you too, but it is about the facts that I am trying to bring forward कि ਜਿਹੜੀ ਜ਼ਮੀਨ ਸੀਗੀ ਉਹ ਵੇਚ ਦਿੱਤੀ ਗਈ। ਅਸੀਂ ਗੁੰਮਰਾਹ ਤੁਸੀਂ ਕਰ ਰਹੇ ਹੋ ਦਿਲਰਾਜ। ਕਿ ਜਦੋਂ ਮੈਸੀਟਲ ਦਾ ਇਸ਼ੂ ਸੀਗਾ, ਤੁਸੀਂ ਉਹਦੇ ਵਿੱਚ ਇੰਟਰਫੇਰੈਂਸ ਕਰਕੇ ਉਹ ਕੰਮ ਬੰਦ ਕਰਵਾ ਦਿੱਤਾ। ਤੁਸੀਂ ਚੱਲਦਾ ਹੋਇਆ ਪ੍ਰੋਜੈਕਟ ਰੋਕ ਕੇ ਟਨਲ ਉੱਥੇ ਦੀ ਉੱਥੇ ਪਈ ਆ, ਕੰਜੈਸ਼ਨ ਉੱਥੇ ਦਾ ਉੱਥੇ ਹੀ ਆ। ਉਸ ਤੋਂ ਬਾਅਦ ਜਿਹੜਾ ਪੈਟਰੋਲ ਹੋਇਆ, ਤੁਸੀਂ 4 ਦਾ ਤੋੜ ਕੇ 4 ਦਾ ਬਣਾਉਣਾ ਚਾਹੁੰਦੇ ਆ। ਇਹ ਕੀ ਹੋ ਰਿਹਾ ਨਹੀਂ, ਲੋਕਾਂ ਦਾ ਟ੍ਰੈਫਿਕ ਪੂਰਾ ਹੋਇਆ ਹੈ। ਅਸੀਂ 18,000 ਜੌਬਸ ਹੋਰ ਕ੍ਰੀਏਟ ਕਰਾਂਗੇ। ਤੁਸੀਂ ਆਮ ਬੰਦੇ ਲਈ ਤੁਸੀਂ ਕੁਝ ਵੀ ਨਹੀਂ ਕੀਤਾ। ਜਿਹੜੀ ਅਸੀਂ ਹਲਕੇ ਦੀ ਗੱਲ ਕਰਨ ਜਾ ਰਹੇ ਹਾਂ, ਸਰੀ ਗ੍ਰੀਨ ਟਿੰਬਰਸ ਹਲਕੇ ਦੀ ਗੱਲ ਕਰਾਂਗੇ। ਸਰੀ ਗ੍ਰੀਨ ਟਿੰਬਰਸ ਦੇ 2017 ਦੇ ਜਿਹੜੇ ਨਤੀਜੇ ਕੀ ਰਹੇ, ਕਿੰਨੇ ਵੋਟਰ ਸੀ, ਇੱਕ ਵਾਰੀ ਉਸ ਤੇ ਨਜ਼ਰ ਪਾ ਲੈਂਦੇ ਹਾਂ। ਲੈਟਸ ਹੈਵ ਅ ਲੁੱਕ। ਸੋ ਅਗਲੀ ਜਿਹੜੀ ਅਹਿਮ ਰਾਈਡਿੰਗ ਹੈ ਉਹ ਹੈ ਸਰੀ ਗ੍ਰੀਨ ਟਿੰਬਰਸ ਹਲਕੇ ਦੀ। ਅਸੀਂ ਇੱਥੇ ਗੱਲ ਕਰਾਂਗੇ। ਰਜਿਸਟਰਡ ਵੋਟਰ ਜਿਹੜੇ ਨੇ ਉਹ 28,400 ਨੇ ਇੱਥੇ। ਟੋਟਲ ਵੋਟਰਸ 15,508 ਨੇ। ਪਰਸੈਂਟੇਜ ਜਿਹੜੀ ਹੈ ਉਹ ਇੱਥੇ 54.61% ਰਹੀ ਹੈ। ਇਸ ਰਾਈਡਿੰਗ ਦੇ ਉੱਤੇ 2017 ਦੇ ਚੋਣ ਨਤੀਜਿਆਂ ਦੀ ਜੇ ਗੱਲ ਕਰੀਏ ਤਾਂ ਇਸ ਦੇ ਵਿੱਚ ਰਚਨਾ ਸਿੰਘ ਬਤੌਰ ਐਨਡੀਪੀ ਉਮੀਦਵਾਰ ਜਿਹੜੇ ਸੀ ਅਤੇ 8,945 ਵੋਟਾਂ ਉਹਨਾਂ ਨੂੰ ਮਿਲੀਆਂ ਸੀ, ਉਹਨਾਂ ਨੂੰ ਪਈਆਂ ਸੀ। BC ਲਿਬਰਲ ਤੋਂ ਬ੍ਰੈਂਡਾ ਲੌਕ ਉਮੀਦਵਾਰ ਸੀ, 5,056 ਵੋਟਾਂ ਉਹਨਾਂ ਨੂੰ ਹਾਸਿਲ ਹੋਈਆਂ ਸੀ। BC ਗ੍ਰੀਨ ਪਾਰਟੀ ਤੋਂ ਸੈਰਾ ਔਜਲਾ ਵੀ ਚੋਣ ਮੈਦਾਨ ਦੇ ਵਿੱਚ ਸੀ, ਆਜ਼ਾਦ ਉਮੀਦਵਾਰ ਵਿਕਰਮ ਬਾਜਵਾ ਵੀ ਚੋਣ ਮੈਦਾਨ ਦੇ ਵਿੱਚ ਸੀ। ਸੋ ਕਹਿ ਸਕਦੇ ਹਾਂ ਕਿ ਕਾਫੀ ਸਿਆਸਤਦਾਨ ਜਿਹੜੇ ਨੇ ਇਸ ਸੀਟ ਤੋਂ ਖੜੇ ਸੀ, ਪਰ ਜਿੱਤ ਦਾ ਜਿਹੜਾ ਸਿਰ ਹੈ ਉਹ ਰਚਨਾ ਸਿੰਘ ਦੇ ਸਿਰ ਸਜਿਆ। ਇਸ ਵਾਰ 2020 ਦੇ ਚੋਣ ਮੈਦਾਨ ਦੇ ਵਿੱਚ ਵੀ ਬਤੌਰ ਐਨਡੀਪੀ ਉਮੀਦਵਾਰ ਤਾਂ ਰਚਨਾ ਸਿੰਘ ਹੀ ਚੋਣ ਮੈਦਾਨ 'ਚ ਨੇ। ਮੁਕਾਬਲੇ ਦੇ ਵਿੱਚ ਲਿਬਰਲ ਦੇ ਵੱਲੋਂ ਦਿਲਰਾਜ ਅਟਵਾਲ ਚੋਣ ਮੈਦਾਨ 'ਚ ਨੇ, ਯਾਨੀ ਲਿਬਰਲ ਦਾ ਕੈਂਡੀਡੇਟ ਇਸ ਸੀਟ ਦੇ ਉੱਤੇ ਬਦਲਿਆ ਹੈ। ਸੋ ਸਭ ਤੋਂ ਪਹਿਲਾਂ ਐਨਡੀਪੀ ਦੇ ਉਮੀਦਵਾਰ ਰਚਨਾ ਸਿੰਘ ਤੋਂ ਪੈਨਲਿਸਟ ਆਪਣਾ ਸਵਾਲ ਕਰ ਸਕਦੇ ਹਾਂ। ਇੱਕ ਵਾਰੀ ਉਮੀਦਵਾਰਾਂ ਨੂੰ ਇਹ ਦੱਸ ਦਈਏ ਕਿ 2 ਮਿੰਟ ਦਾ ਸਮਾਂ ਦਿੱਤਾ ਜਾਏਗਾ ਤੁਹਾਨੂੰ ਤੇ ਪੱਖ ਰੱਖਣ ਵਾਲੇ ਨੂੰ 1 ਮਿੰਟ ਦਾ ਜਿਹੜਾ ਸਮਾਂ ਦਿੱਤਾ ਜਾਏਗਾ। ਸੋ ਸਭ ਤੋਂ ਪਹਿਲਾਂ ਜਿਹੜੇ ਆਪਣੇ ਪੈਨਲਿਸਟ ਨੇ ਉਹ ਐਨਡੀਪੀ ਉਮੀਦਵਾਰ ਰਚਨਾ ਸਿੰਘ ਨੂੰ ਆਪਣਾ ਸਵਾਲ ਪੁੱਛ ਸਕਦੇ ਨੇ। ਸਤਿ ਸ਼੍ਰੀ ਅਕਾਲ ਰਚਨਾ ਜੀ। ਸਤਿ ਸ਼੍ਰੀ ਅਕਾਲ ਦਿਲਰਾਜ। ਰਚਨਾ ਜੀ, ਸਵਾਲ ਤੁਹਾਨੂੰ ਇਹ ਹੈ ਜੀ ਕਿ ਜਦੋਂ ਐਨਡੀਪੀ ਸਰਕਾਰ ਆਈ ਤਾਂ ਆਉਂਦਿਆਂ ਨੇ ਕਹਿੰਦੇ ਵੀ ਅਸੀਂ ਜਿਹੜੀ ਘਰਾਂ ਦੀਆਂ ਕੀਮਤਾਂ ਉਹਨਾਂ ਨੂੰ ਕੰਟਰੋਲ ਕਰਨਾ ਵੀ ਬਹੁਤ ਜ਼ਿਆਦਾ ਵੱਧ ਰਹੀਆਂ ਆ। ਸੋ ਆਉਂਦਿਆਂ ਨੇ ਸਪੈਕੂਲੇਸ਼ਨ ਟੈਕਸ ਲਾ ਦਿੱਤਾ, ਵੈਕੈਂਸੀ ਟੈਸਟ ਲਾ ਦਿੱਤਾ। ਕੀਮਤਾਂ ਫਿਰ ਵੀ ਨਹੀਂ ਘਟੀਆਂ, ਤਾਂ ਕੀਮਤਾਂ ਫਿਰ ਉੱਪਰ ਜੀ ਉੱਪਰ ਜਾ ਰਹੀਆਂ ਆ ਅਤੇ ਕਿਸੇ ਵੀ ਤਰੀਕੇ ਜਿਹੜਾ ਆ ਉਹ ਕੀਮਤਾਂ ਨੂੰ ਠੱਲ੍ਹ ਨਹੀਂ ਪੈ ਸਕੀ। ਜੇਕਰ ਤੁਹਾਡੀ ਸਰਕਾਰ ਦੁਬਾਰਾ ਬਣਦੀ ਆ ਤਾਂ ਮੇਰਾ ਤੁਹਾਡੇ ਲਈ ਸਵਾਲ ਇਹ ਆ ਕਿ ਇਹ ਜਿਹੜੇ ਟੈਕਸਸ ਲਾਏ ਹੋਏ ਆ, ਜਿਹੜੇ ਕਿ ਬਹੁਤ ਸਾਰੇ ਲੋਕਾਂ ਨੂੰ ਇਉਂ ਲੱਗਦਾ ਕਿ ਵਾਧੂ ਟੈਕਸ ਲਾਏ ਹੋਏ ਆ, ਇਹਨਾਂ ਟੈਕਸ ਲਾਇਆਂ ਦਾ ਕੋਈ ਫਾਇਦਾ ਨਹੀਂ ਹੋ ਰਿਹਾ। ਤੁਸੀਂ ਇਹ ਟੈਕਸ ਹਟਾ ਦਿਓਗੇ ਜਾਂ ਇਸੇ ਤਰ੍ਹਾਂ ਜਾਰੀ ਰਹਿਣਗੇ? ਬਹੁਤ ਬਹੁਤ ਸ਼ੁਕਰੀਆ ਭਾਜੀ। ਇੱਕ ਤਾਂ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਚੈਨਲ ਪੰਜਾਬੀ ਦੀ, ਤੁਹਾਡੇ ਸਾਰਿਆਂ ਦੀ, ਕਿ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਮੇਰੇ ਸਾਰੇ ਜਿੰਨੇ ਵੀ ਕੌਂਸਟੀਚੁਐਂਟਸ ਹੈ, ਇੰਨੇ ਜ਼ਿਆਦਾ ਵਿਊਅਰਸ ਦੇਖ ਰਹੇ ਹੈ, ਉਹਨਾਂ ਦੇ ਰੂਬਰੂ ਹੋਣ ਦਾ। ਸੋ ਇਟਸ ਅ ਗ੍ਰੇਟ ਪਲੇਜ਼ਰ ਟੂ ਬੀ ਹੇਅਰ। ਅਤੇ ਤੁਹਾਡਾ ਸਵਾਲ ਵੀ ਬਹੁਤ ਜ਼ਿਆਦਾ ਵਾਜਿਬ ਹੈਗਾ ਅਫੋਰਡੇਬਿਲਿਟੀ ਨੂੰ ਲੈ ਕੇ, ਜਿਹੜਾ ਕਿ ਇੱਕ ਬਹੁਤ ਵੱਡਾ ਮੁੱਦਾ ਹੈਗਾ ਮੇਰੀ ਕੌਂਸਟੀਚੁਐਂਸੀ ਦੇ ਵਿੱਚ। ਅਤੇ ਜਿਵੇਂ ਤੁਸੀਂ ਕਿਹਾ ਸਪੈਕੂਲੇਸ਼ਨ ਟੈਕਸ ਔਰ ਹਾਊਸਿੰਗ ਅਫੋਰਡੇਬਿਲਿਟੀ ਦੀ ਗੱਲ ਕੀਤੀ ਹੈ, ਬਹੁਤ ਜ਼ਿਆਦਾ ਜਦ ਅਸੀਂ ਵੀ ਜਦ ਮੈਂ ਚੋਣ ਲੜ ਰਹੀ ਸੀਗੀ ਬਹੁਤ ਜ਼ਿਆਦਾ ਸਵਾਲ ਉੱਠ ਕੇ ਆਉਂਦਾ ਸੀਗਾ। ਜਦ ਅਸੀਂ ਦੇਖਦੇ ਹਾਂ ਕਿ 16 ਸਾਲ ਜਦ
ਤੱਕ ਲਿਬਰਲਸ ਰਾਜ ਵਿੱਚ ਰਹੇ ਜਿਹੜੇ ਹਾਊਸਿੰਗ ਪ੍ਰਾਈਸਿਸ ਜਿਹੜੇ ਹੈਗੇ ਆ 56% ਉਹ ਜ਼ਿਆਦਾ ਵੱਧ ਗਏ। ਤੇ ਅਸੀਂ ਜਿਸ ਵੇਲੇ ਜੇ ਤੁਸੀਂ ਅਸੀਂ ਪਿਛਲੇ ਸਾਲ ਦਾ ਜੇ ਤੁਸੀਂ ਪਿਛਲੇ 3 ਸਾਲ ਦਾ BCNDP ਦਾ ਰੈਕੋਰਡ ਦੇਖੋ ਤੇ ਜਿਹੜੀ ਉਹਦੀ ਕੀਮਤ ਜਿਹੜੀ ਵਧੀ ਹੈ ਹਾਊਸਿੰਗ ਪ੍ਰਾਈਸਿਸ ਦੀ ਉਹ ਅਬਾਊਟ 18% ਹੈਗੀ ਹੈ। ਸੋ ਯੂ ਕੈਨ ਸੀ ਦ ਡਿਫਰੈਂਸ ਕਿ ਅਸੀਂ ਆ ਕੇ ਜਿਹੜੀ ਸਾਡੀ ਇੰਟਰਵੈਂਸ਼ਨ ਹੈਗੀ ਹੈ ਅਸੀਂ ਵੀ ਵਰ ਕਮਿਟਡ ਟੂ ਪ੍ਰੋਵਾਈਡ ਅਫੋਰਡੇਬਲ ਹਾਊਸਿੰਗ ਤੇ ਅਸੀਂ ਉਹਦੇ ਵਿੱਚ ਕੰਮ ਕੀਤਾ। ਸਪੈਕੂਲੇਸ਼ਨ ਦੀ ਜਿਹੜੀ ਟੈਕਸ ਦੀ ਗੱਲ ਕੀਤੀ ਅਸੀਂ ਚਾਹੁੰਦੇ ਸੀਗੇ ਕਿ ਜਿਹੜਾ ਸਪੈਕੂਲੇਸ਼ਨ ਹੈਗੀ ਹੈ ਜਿਹੜਾ ਨਹੀਂ ਮਿਲ ਰਹੀ there was not enough supply ਕਈ ਘਰ ਲੈਣ ਲਈ ਲੋਕੀ ਦੁਖੀ ਹੋ ਰਹੇ ਹੈਗੇ ਆ ਅਫੋਰਡ ਨਹੀਂ ਕਰ ਪਾ ਰਹੇ ਹੈਗੇ ਤੇ ਕਈ ਲੋਕੀ ਉਹਨੂੰ ਸਪੈਕੂਲੇਟ ਕਰ ਰਹੇ ਆ ਉਹਦੇ ਸਿਰ ਤੇ ਹਾਊਸਿੰਗ ਦੇ ਉੱਤੇ ਬਿਜ਼ਨਸ ਕਰ ਰਹੇ ਹੈਗੇ ਆ ਤੇ ਐਸੀ ਕਰਕੇ ਆ ਜਿਹੜਾ ਸਪੈਕੂਲੇਸ਼ਨ ਟੈਕਸ ਲਾਇਆ ਗਿਆ ਮੇਰੇ ਖਿਆਲ ਵਿੱਚ ਕਿ ਇੱਕ ਬਹੁਤ ਵਧੀਆ ਟੈਕਸ ਸੀਗਾ ਕਿਉਂਕਿ ਅਸੀਂ ਜਾਣਦੇ ਹਾਂ ਕਿ 99% ਜਿਹੜੇ ਲੋਕੀ ਹੈ ਜਿਹੜੇ BC ਰੈਜ਼ੀਡੈਂਟਸ ਹੈ ਉਹ ਇਹ ਟੈਕਸ ਨਹੀਂ ਦੇ ਰਹੇ ਸੀਗੇ ਸਿਰਫ ਉਹ ਲੋਕੀ ਹੈ ਕਿਉਂਕਿ ਬਾਹਰੋਂ ਆ ਕੇ ਵੀ ਬਹੁਤ ਲੋਕੀ ਆ ਕੇ ਇੱਥੇ ਸਪੈਕੂਲੇਟ ਕਰ ਰਹੇ ਸੀਗੇ ਬਾਹਰਲੀਆਂ ਪ੍ਰੋਵਿੰਸਿਸ ਤੋਂ ਬਾਹਰਲੀਆਂ ਕੰਟਰੀਜ਼ ਤੋਂ ਤੇ ਇਹ ਟੈਕਸ ਨੇ ਉਹਦੇ ਉੱਤੇ ਕੰਟਰੋਲ ਕੀਤਾ ਤੇ ਜਿਹੜਾ ਅਸੀਂ ਜ਼ਿਆਦਾ ਪੈਸਾ ਜਿਹੜਾ ਟੈਕਸ ਚੋਂ ਲਿਆ ਉਹਨਾਂ ਲੋਕਾਂ ਤੋਂ ਲਿਆ ਰਾਦਰ ਦੈਨ ਫਰਮ ਦਾ BC ਰੈਜ਼ੀਡੈਂਟਸ। ਹੁਣ ਵੀ ਜਿਹੜਾ ਸਾਡਾ ਪਲੈਟਫਾਰਮ ਜੇ ਤੁਸੀਂ ਦੇਖੋਗੇ ਉਹਦੇ ਵਿੱਚ ਹਾਊਸਿੰਗ ਅਫੋਰਡੇਬਿਲਿਟੀ ਦੇ ਉੱਤੇ ਅਸੀਂ ਵੀ ਆਰ ਵਰਕਿੰਗ ਵੈਰੀ ਹਾਰਡ ਸਾਡੀ ਪੂਰੀ ਕਮਿਟਮੈਂਟ ਹੈ ਕਿ ਹਾਊਸਿੰਗ ਅਫੋਰਡੇਬਿਲਿਟੀ ਕਰਨ ਦੀ ਬੇਸ਼ੱਕ ਉਹ ਰੈਂਟਰਸ ਨੂੰ ਰਿਬੇਟ ਦੇ ਕੇ ਹੈਗੀ ਹੈ ਜਾਂ ਉਹ ਜਿਹੜੇ ਡਿਵੈਲਪਰਸ ਹੈਗੇ ਆ ਕੰਸਟਰਕਸ਼ਨ ਕਾਸਟ ਥੱਲੇ ਲਿਆ ਕੇ ਔਰ ਬਿਲਡਿੰਗ ਮੋਰ ਅਫੋਰਡੇਬਲ ਹਾਊਸਿੰਗ ਸੋ ਵੀ ਹੈਵ ਅ ਫੁੱਲ ਪਲਾਨ ਕੰਕਰੀਟ ਪਲਾਨ ਟੂ ਡੀਲ ਵਿਦ ਹਾਊਸਿੰਗ ਅਫੋਰਡੇਬਿਲਿਟੀ। ਦਿਲਰਾਜ ਹਟਵਾਲ ਜੀ ਆਪਣਾ ਜਵਾਬ ਤੁਸੀਂ ਇਸ ਤੇ ਰੱਖ ਸਕਦੇ ਹੋ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਹੈਲੋ ਆਦਾਬ ਥੈਂਕ ਯੂ ਵੈਰੀ ਮਚ ਚੈਨਲ ਪੰਜਾਬੀ ਫॉर ਹੈਵਿੰਗ ਮੀ ਓਵਰ ਤੇ ਜੀ ਜਿਸ ਤਰ੍ਹਾਂ ਅਸੀਂ ਹਾਊਸਿੰਗ ਦੀ ਗੱਲ ਕਰ ਰਹੇ ਹਾਂ ਹਾਊਸਿੰਗ ਅੱਜ ਵੀ ਅਫੋਰਡੇਬਲ ਨਹੀਂ ਗੀ ਤੇ ਪਿਛਲੇ 3 ਸਾਲ ਤੋਂ ਅਸੀਂ ਬਸ ਗੱਲਾਂ ਹੀ ਸੁਣ ਰਹੇ ਹਾਂ ਕਿ ਹਾਊਸਿੰਗ ਅਫੋਰਡੇਬਲ ਹੋਏਗੀ ਇਹ ਹੋਏਗਾ ਪਰ ਕੁਝ ਵੀ ਨਹੀਂ ਹੋਇਆ। ਅੱਜ ਵੀ ਲੋਕਾਂ ਨੂੰ ਮੁਸ਼ਕਿਲ ਹੈ ਹਾਊਸ ਘਰ ਖਰੀਦਣ ਨੂੰ ਅਫੋਰਡ ਕਰਨ ਨੂੰ। ਜਿਹੜੇ ਮੇਰੇ ਉਮਰ ਦੇ ਲੋਕ ਆ ਜਿਹੜੇ ਯੂਥ ਅੱਜ ਵੀ ਉਹ ਸੋਚਦਾ ਕਿ ਅਸੀਂ ਘਰ ਕਿੱਦਾਂ ਖਰੀਦਾਂਗੇ ਇਹ ਸਭ ਤੋਂ ਵੱਡੀ ਪ੍ਰੋਬਲਮ ਆ। ਅਸੀਂ ਹਜੇ ਵੀ ਅਫੋਰਡੇਬਿਲਿਟੀ ਵਾਲਾ ਇੱਕ ਸਟੈਪ ਵੀ ਨਹੀਂ ਚੁੱਕਿਆ ਹੋਇਆ। ਹੁਣ ਜਿਹੜੇ ਬੱਚੇ ਕੱਲ੍ਹ ਨੂੰ ਫਿਊਚਰ ਬਣਨਗੇ ਕੈਨੇਡਾ ਦਾ ਜਿਹੜੇ ਅੱਜ ਲੋਕ ਮਿਹਨਤ ਕਰਕੇ ਪੈਸਾ ਕਮਾ ਕੇ ਘਰ ਦਾ ਇੱਕ ਸੁਪਨਾ ਲੈਂਦੇ ਆ ਉਹ ਅੱਜ ਆਪਣਾ ਸੁਪਨਾ ਪੂਰਾ ਨਹੀਂ ਕਰ ਸਕਦੇ ਤੇ 3 ਸਾਲ ਤੋਂ ਅਸੀਂ ਸਿਰਫ ਗੱਲਾਂ ਹੀ ਸੁਣ ਰਹੇ ਹਾਂ। ਕੋਈ ਵੀ ਇੰਪਰੂਵਮੈਂਟ ਨਹੀਂ ਹੋਈ ਕਿ ਅਫੋਰਡੇਬਿਲਿਟੀ 'ਚ ਕੋਈ ਵੀ ਇੰਪਰੂਵਮੈਂਟ ਨਹੀਂ ਹੋਈ ਕਿ ਘਰ ਦੀ ਕੀਮਤਾਂ ਥੱਲੇ ਆਉਣ। ਹਰ ਤਰ੍ਹਾਂ ਦੇ ਟੈਕਸ ਇੰਪਲੀਮੈਂਟ ਕਰ ਰਹੇ ਆ ਪਰ ਕੋਈ ਵੀ ਸੋਲੂਸ਼ਨ ਨਹੀਂ ਨਿਕਲ ਰਿਹਾ ਉਹਦਾ। ਸੋ ਸਾਨੂੰ ਮਿਲ ਕੇ ਇੱਥੇ ਪਹਿਲਾਂ ਫੋਕਸ ਕਰਨਾ ਚਾਹੀਦਾ ਕਿ ਸਿਰਫ ਅਫੋਰਡੇਬਿਲਿਟੀ ਕਿੱਦਾਂ ਕਰਾਂਗੇ ਘਰ ਦੀ ਜੋ ਕਿ ਹਜੇ ਤੱਕ ਨਹੀਂ ਹੋਈ। ਸੋ ਸਾਡੇ ਪੈਨਲਿਸਟ ਦਿਲਰਾਜ ਹਟਵਾਲ ਨੂੰ ਜਿਹੜਾ ਆਪਣਾ ਸਵਾਲ ਕਰ ਸਕਦੇ ਨੇ। ਦਿਲਰਾਜ ਅਟਵਾਲ ਜੀ ਤੁਹਾਡੇ ਲਈ ਸਵਾਲ ਆ। ਪਹਿਲਾਂ ਜਦੋਂ ਲਾਸਟ ਟਾਈਮ ਲਿਬਰਲ ਗਵਰਨਮੈਂਟ ਸੀਗੀ ਉਸ ਵੇਲੇ MSP ਹੁੰਦਾ ਸੀ। ਜਦੋਂ NDP ਆਈ ਇਹਨਾਂ ਨੇ MSP ਹਟਾ ਦਿੱਤਾ ਤੇ ਜਿਹੜਾ ਇੰਪਲੋਇਰ ਹੈਲਥ ਟੈਕਸ ਸੀ ਉਹ ਲਾ ਦਿੱਤਾ। ਬਹੁਤ ਸਾਰੇ ਕੰਮ ਜਿਹੜੇ ਪਹਿਲਾਂ ਕੀਤੇ ਸੀ ਇਹਨਾਂ ਨੇ ਰੋਕੇ ਜਾਂ ਉਹਨਾਂ ਨੂੰ ਬਦਲਿਆ। ਸਵਾਲ MSP ਬਾਰੇ ਆ ਜੇ ਤੁਹਾਡੀ ਸਰਕਾਰ ਆ ਜਾਂਦੀ ਆ ਇਸ ਜਿਹੜਾ ਇੰਪਲੋਇਰ ਹੈਲਥ ਟੈਕਸ ਦਾ ਕੀ ਕਰੋਗੇ? ਕੀ MSP ਇਸੇ ਤਰ੍ਹਾਂ ਬੰਦ ਰਹੂਗਾ ਜਿਸ ਤਰ੍ਹਾਂ NDP ਨੇ ਕੀਤਾ ਜਾਂ ਇਹਦੇ ਬਾਰੇ ਤੁਹਾਡੇ ਕੋਲ ਕੋਈ ਹੋਰ ਪਲਾਨ ਆ? ਜੀ ਇਹ ਤੁਹਾਡਾ ਬਹੁਤ ਅੱਛਾ ਸਵਾਲ ਆ ਤੇ ਜਿਸ ਤਰ੍ਹਾਂ MSP ਇਹਨਾਂ ਨੇ ਹਟਾਈ MSP ਹਟਾਤੀ ਨਾ ਇੱਕ ਪਾਸੇ ਪਰ ਦੂਜੇ ਪਾਸੇ ਇੰਨੇ ਟੈਕਸਿਸ ਇੰਪਲੀਮੈਂਟ ਕਰਤੇ ਕਿ ਇੱਕ ਪਾਸੇ ਤੁਸੀਂ ਪੈਸਾ ਲੈਣਾ ਬੰਦ ਕਰਤਾ ਦੂਜੇ ਪਾਸੇ ਤੁਸੀਂ ਪੈਸਾ ਵੱਧ ਕੇ ਖਿੱਚ ਰਹੇ ਲੋਕਾਂ ਤੋਂ 23 ਤਰ੍ਹਾਂ ਦੇ ਟੈਕਸਿਸ ਰਿਡਿਊਸ ਕਰਤੇ ਉਹ ਪੈਸਾ ਸਾਰਾ ਰਿਕਵਰ ਕਰ ਲਿਆ ਜਿੱਥੋਂ ਤੁਸੀਂ ਰੋਕਿਆ। ਉਸ ਤੋਂ ਬਾਅਦ ਜਿਹੜੇ ਸਮਾਲ ਬਿਜ਼ਨਸ ਓਨਰਸ ਹੈਗੇ ਆ ਉਹਨਾਂ ਨੂੰ ਤੁਸੀਂ ਟੈਕਸ ਲਗਾ ਰਹੇ ਹੋ ਜਦੋਂ ਉਹ ਥੋੜ੍ਹੇ ਜਿਹੇ ਪੈਸੇ ਐਕਸਟਰਾ ਕਮਾ ਰਹੇ ਆ ਉਹ ਇਕਨੋਮੀ 'ਚ ਕੰਟਰੀਬਿਊਟ ਕਰ ਰਹੇ ਆ ਉਹਨਾਂ ਦੇ ਕੋਲ ਜੌਬਸ ਹੈਗੀਆਂ ਉਹਨਾਂ ਦੀ MSP ਤੁਸੀਂ ਹੈਲਥ ਟੈਕਸ ਲਗਾ ਕੇ ਆਪਣੀ MSP ਤੁਸੀਂ ਬਚਾ ਲਈ ਲੇਕਿਨ ਉਹਨਾਂ ਤੋਂ ਪੈਸੇ ਕੱਢਣੇ ਸ਼ੁਰੂ ਕਰਤੇ। ਇਹ ਕੋਈ ਸਹੀ ਚੀਜ਼ ਨਹੀਂ ਹੈ ਮੇਰੇ ਹਿਸਾਬ ਨਾਲ। ਇਹ ਬਹੁਤ ਇੱਕ ਗਲਤ ਹੀ ਪ੍ਰੋਗਰਾਮ ਹੈ ਬਹੁਤ ਗਲਤ ਇਹਨਾਂ ਨੇ ਇਹ ਬਣਾਇਆ ਸੀ MSP ਦਾ। ਸੋ ਸਾਨੂੰ ਉਹਦੇ ਖਿਲਾਫ ਆਵਾਜ਼ ਚੱਕਣੀ ਚਾਹੀਦੀ ਆ। ਅਸੀਂ ਆਵਾਜ਼ ਚੱਕਾਂਗੇ ਵੀ ਸਾਡੇ ਪਲਾਨਸ ਵਿੱਚ ਹੈਗਾ ਆ ਅਸੀਂ ਇੱਥੇ ਵਰਕ ਕਰਾਂਗੇ ਤੇ ਜਦੋਂ ਵੀ ਸਾਡੀ ਸਰਕਾਰ ਪਾਵਰ 'ਚ ਆਉਂਦੀ ਆ ਤੁਹਾਡੇ ਸਪੋਰਟ ਨਾਲ ਤੇ ਅਸੀਂ ਡੈਫੀਨੇਟਲੀ MSP ਵੱਲ ਧਿਆਨ ਦੇਵਾਂਗੇ ਤੇ ਜਿਹੜਾ ਹੈਲਥ ਟੈਕਸ ਹੈਗਾ ਉਹਦੇ ਵੱਲ ਵੀ। ਜੀ ਮੈਂ ਤਾਂ ਇਹ ਕਹਿਣਾ ਚਾਹੂੰਗੀ ਕਿ ਜਿਹੜਾ MSP ਇੱਕੋ ਇੱਕ ਜਿਹੜਾ BC ਇੱਕੋ ਇੱਕ ਸੂਬਾ ਸੀਗਾ ਜਿਹਦੇ ਵਿੱਚ MSP ਇੱਕ ਪ੍ਰੀਮੀਅਮ ਲੱਗ ਰਿਹਾ ਸੀਗਾ। ਇਟ ਵਾਜ਼ ਐਨ ਅਨਫੇਅਰ ਟੈਕਸ ਜਿਹੜਾ ਕਿ BC ਰੈਜ਼ੀਡੈਂਟਸ ਨੂੰ ਦੇਣਾ ਪੈ ਰਿਹਾ ਸੀਗਾ। ਸਾਡੇ MSP ਐਲੀਮੀਨੇਟ ਕਰਕੇ ਜਿਹੜਾ ਅਸੀਂ ਇੱਕ ਐਵਰੇਜ ਇੱਕ ਜਿਹੜਾ ਸਿੰਗਲ ਬੰਦਾ ਹੈ ਉਹ $900 ਬਚਾ ਰਿਹਾ ਹੈਗਾ ਅੱਜ ਤੇ ਇੱਕ ਜਿਹੜੀ ਫੈਮਿਲੀ ਹੈਗੀ ਹੈ ਉਹ $1800 ਬਚਾ ਰਹੀ ਹੈਗੀ ਹੈ। ਜੇ ਤੁਸੀਂ ਪੂਰੇ ਜੇ BCNDP ਦਾ ਰੈਕਰਡ ਵੀ ਦੇਖੋ ਸਾਡੀ ਹਮੇਸ਼ਾ ਰਹੀ ਹੈਗੀ ਕਿ ਲੋਕਾਂ ਦੀ ਜੇਬਾਂ ਵਿੱਚ ਜ਼ਿਆਦਾ ਪੈਸਾ ਜਾਵੇ। ਉਹ MSP ਪ੍ਰੀਮੀਅਮ ਐਲੀਮੀਨੇਟ ਕਰਕੇ ਅਸੀਂ ਕੀਤਾ ਪੋਰਟਮੈਨ ਦੇ ਟੋਲਸ ਅਸੀਂ ਹਟਾ ਕੇ ਕੀਤਾ ਜਾਂ ਅਸੀਂ ਮਿਨੀਮਮ ਵੇਜ ਵਧਾ ਕੇ ਦਿੱਤਾ। ਅਸੀਂ ਹਮੇਸ਼ਾ ਅਫੋਰਡੇਬਿਲਿਟੀ ਐਂਡ ਮੋਰ ਰਿਸੋਰਸਿਸ ਫॉर ਲੋਕਾਂ ਦੀ ਗੱਲ ਕੀਤੀ ਹੈ ਜਦ ਕਿ ਇਹਨਾਂ ਨੇ ਜਦ ਵੀ ਟੈਕਸ ਬ੍ਰੇਕਸ ਦਿੱਤੇ ਹੈਗੇ ਹੈ ਅਮੀਰਾਂ ਨੂੰ ਦਿੱਤੇ ਹੈ ਹਮੇਸ਼ਾ ਆਪਣੇ ਅਮੀਰ ਦੋਸਤਾਂ ਨੂੰ ਖੁਸ਼ ਕਰਨ ਦੀ ਗੱਲ ਕੀਤੀ ਹੈ ਜਦ ਕਿ ਅਸੀਂ ਹਮੇਸ਼ਾ ਇੱਕ ਆਮ ਬੰਦੇ ਦੀ ਗੱਲ ਕੀਤੀ ਹੈ। ਜੀ ਸੋ ਪੈਨਲਿਸਟ ਜਿਹੜੇ ਸਾਡੇ ਨੇ ਉਹ ਰਚਨਾ ਜੀ ਨੂੰ ਸਵਾਲ ਕਰ ਸਕਦੇ ਨੇ। ਰਚਨਾ ਸਿੰਘ ਜੀ ਤੁਹਾਡੇ ਲਈ ਟੋਲੋ ਬ੍ਰਿਜ ਬਾਰੇ ਸਵਾਲ ਆ। ਤੁਸੀਂ ਉਹਨੂੰ ਦੁਬਾਰਾ ਠੀਕ ਠਾਕ ਕਰ ਰਹੇ ਹੋ
ਸਰੀ ਦੇ ਵਿੱਚ ਟ੍ਰੈਫਿਕ ਬਹੁਤ ਵੱਡੀ ਸਮੱਸਿਆ ਹੈ, ਚਾਹੇ 128 ਆ, ਸਕਾਟ ਰੋਡ ਆ ਜਾਂ ਕਿੰਗ ਜਾਰਜ ਆ, ਇਹ ਕਿਤੇ ਨਾ ਕਿਤੇ ਜਾ ਕੇ ਪਟੋਲੋ ਬ੍ਰਿਜ ਦੇ ਉੱਤੇ ਉਹਦੇ ਨਾਲ ਜੁੜਦਾ ਆ। ਇੰਨਾ ਵੱਡਾ ਸਟੈਪ ਲਿਆ ਜਾ ਰਿਹਾ ਇਹਨੂੰ ਠੀਕ ਠਾਕ ਕਰਨ ਦੇ ਲਈ। ਕੀ ਇਹ 6 ਲੇਨ ਨਹੀਂ ਬਣ ਸਕਦਾ ਸੀ? ਇਹਦੇ ਵਿੱਚ ਸਮੱਸਿਆ ਕੀ ਸੀ, ਜਾਂ ਇਹ ਇੰਨੇ ਸਾਲਾਂ ਬਾਅਦ ਇਹਨੂੰ ਫੇਰ ਕਰਕੇ ਉਨੀਆਂ ਲੇਨਸ ਇਹਦੀਆਂ 4 ਦੀਆਂ 4 ਹੀ ਕਿਉਂ ਰੱਖੀਆਂ ਗਈਆਂ ਨੇ? ਭਾਜੀ ਆਈ ਥਿੰਕ ਕਿ ਤੁਸੀਂ ਬਹੁਤ ਹੀ ਇੰਪੋਰਟੈਂਟ ਸਾਡੇ ਲਈ ਸਵਾਲ ਕੀਤਾ ਹੈ ਕਿ ਟ੍ਰਾਂਸਿਟ ਇੱਕ ਬਹੁਤ ਵੱਡੀ ਸਮੱਸਿਆ ਸੀਗੀ ਸਰੀ ਰੈਜ਼ੀਡੈਂਟਸ ਦੇ ਲਈ। ਅਸੀਂ ਜਾਣਦੇ ਹੈਗੇ ਹਾਂ ਕਿ ਜਿਹੜਾ ਪਟੋਲੋ ਬ੍ਰਿਜ ਹੈ, ਜਿਹੜਾ ਕਿ ਕਿੰਨਾ ਜ਼ਿਆਦਾ ਪੁਰਾਣਾ ਬ੍ਰਿਜ ਹੋ ਚੁੱਕਿਆ, ਜਿਹਦੀ ਇੱਕ ਸੇਫਟੀ ਨੂੰ ਲੈ ਕੇ ਕਾਫੀ ਜ਼ਿਆਦਾ ਸਵਾਲ ਉੱਠ ਰਹੇ ਸੀਗੇ, ਅਤੇ ਜਿਹੜਾ ਕਿ ਇਸ ਬਿੱਲ 'ਤੇ ਮੇਰੇ ਖਿਆਲ ਕਿ ਇਹਦੇ 'ਤੇ ਕੰਮ ਬਹੁਤ ਦੇਰ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ, ਪਰ ਜਿਹੜਾ 16 ਸਾਲ ਜਦ ਲਿਬਰਲਸ ਰਾਜ ਵਿੱਚ ਸੀਗੇ ਉਹਨਾਂ ਨੇ ਇਸ ਪਟੋਲੋ ਜਿਹੜਾ ਇੰਨਾ ਏਜਡ ਬ੍ਰਿਜ ਹੋ ਚੁੱਕਿਆ ਉਹਦੇ 'ਤੇ ਧਿਆਨ ਨਹੀਂ ਦਿੱਤਾ। ਅਸੀਂ ਆਉਂਦੇ ਸਾਰ ਸਾਡੀ ਕਮਿਟਮੈਂਟ ਸੀਗੀ ਕਿ ਅਸੀਂ ਪਟੋਲੋ ਬ੍ਰਿਜ ਨੂੰ ਅਸੀਂ ਨਵਾਂ ਬਣਾਵਾਂਗੇ, ਐਂਡ ਐਜ਼ ਸੂਨ ਐਜ਼ ਵੀ ਕੇਮ ਟੂ ਪਾਵਰ ਅਸੀਂ ਉਹਦੀ ਅਨਾਊਂਸਮੈਂਟ ਕੀਤੀ, ਅਤੇ ਜਿਹੜਾ ਤੁਸੀਂ ਹੁਣ ਦੇਖੋਗੇ ਉਹਦਾ ਕੰਟਰੈਕਟ ਵੀ ਦਿੱਤਾ ਜਾ ਚੁੱਕਿਆ ਹੈ। ਉਹ ਜਿਹੜਾ ਬ੍ਰਿਜ ਹੈ ਉਹ ਇੱਕ ਵਨ ਆਫ ਇਟਸ ਕਾਈਂਡ ਇੱਕ ਬ੍ਰਿਜ ਹੋਏਗਾ, ਬਹੁਤ ਜ਼ਿਆਦਾ ਇੱਕ ਮਾਡਰਨ ਟੈਕਨੋਲੋਜੀ ਦਾ ਬ੍ਰਿਜ ਹੋਏਗਾ, ਜਿਹੜਾ ਕਿ ਅਸੀਂ ਜਿਹੜੇ ਸਰੀ ਤੋਂ ਜਿਹੜਾ ਟ੍ਰੈਫਿਕ ਜਾ ਰਿਹਾ ਉਹ ਸੇਫਲੀ ਕ੍ਰਾਸ ਕਰ ਸਕੇ ਉਹ ਬ੍ਰਿਜ ਨੂੰ। ਪਰ ਇਹ ਕਹਿ ਕੇ ਉਹ ਜਿਹੜਾ ਬ੍ਰਿਜ ਹੈ ਉਹ ਕਨੈਕਟ ਹੋ ਰਿਹਾ ਹੈਗਾ ਨਿਊ ਵੈਸਟਮਿੰਸਟਰ ਦੇ ਨਾਲ। ਨਿਊ ਵੈਸਟਮਿੰਸਟਰ ਕੋਲ ਕਿੰਨਾ ਇਨਫਰਾਸਟ੍ਰਕਚਰ ਹੈ? ਨਿਊ ਵੈਸਟਮਿੰਸਟਰ ਇਸ ਵੇਲੇ ਸਾਨੂੰ ਕਹਿ ਰਿਹਾ ਜਿਹੜਾ ਸ਼ਹਿਰ ਹੈਗਾ, ਉਹਨੇ ਪ੍ਰੋਵਿੰਸ ਨੂੰ ਕਿਹਾ ਹੈਗਾ ਕਿ ਉਹਨਾਂ ਕੋਲ ਇਨਫਰਾਸਟ੍ਰਕਚਰ ਨਹੀਂ ਹੈਗਾ 6 ਲੇਨਾਂ ਦਾ ਇਸ ਵੇਲੇ, ਪਰ ਇਹ ਜਿਹੜਾ ਬ੍ਰਿਜ ਹੈ ਇਟ ਹੈਜ਼ ਦ ਕਪੈਸਿਟੀ ਫॉर द 6 lanes। ਜਦੋਂ ਵੀ ਉਹ ਨਿਊ ਵੈਸਟਮਿੰਸਟਰ ਵਿੱਚ ਉਹ ਕਪੈਸਿਟੀ ਹੋ ਜਾਏਗੀ, ਉਹਨਾਂ ਦਾ ਇਨਫਰਾਸਟ੍ਰਕਚਰ ਐਵੇਂ ਦਾ ਹੋ ਜਾਏਗਾ ਕਿ ਉਹ ਅਲਾਓ ਕਰ ਸਕਣ ਹੋਰ ਐਕਸਟਰਾ ਲੇਨਾਂ, ਇਹ ਬ੍ਰਿਜ ਦੀ ਕਪੈਸਿਟੀ ਹੈਗੀ ਹੈ ਟੂ ਬੀ ਐਕਸਪੈਂਡਡ ਟੂ 6 lanes। ਜੀ ਦਿਲਰਾਜ ਅਟਵਾਲ ਜੀ ਆਪਣਾ ਜਵਾਬ ਇਸ ਤੇ ਰੱਖ ਸਕਦੇ ਹੋ। ਜੀ ਜਿਹੜੀ ਐਨਡੀਪੀ ਸਰਕਾਰ ਆ ਇਹ ਤਰੱਕੀ ਦੇ ਬਿਲਕੁਲ ਹੀ ਖਿਲਾਫ ਆ। ਮੈਨੂੰ ਨਹੀਂ ਸਮਝ ਆ ਰਿਹਾ ਕਿ ਇਹ ਫਿਊਚਰ ਨੂੰ ਕਿਸ ਤਰ੍ਹਾਂ ਦੇਖ ਰਹੇ ਆ। ਜਿੱਥੇ 4 ਲੇਨ ਦਾ ਬ੍ਰਿਜ ਉਹਨੂੰ ਚੇਂਜ ਕਰਕੇ ਦੁਬਾਰਾ 4 ਲੇਨ ਦਾ ਬਣਾ ਰਹੇ ਆ। ਪੈਸਾ ਇਹ ਕਿੱਥੇ ਲੱਗ ਰਿਹਾ? ਕੀ ਵੇਸਟੇਜ ਹੋ ਰਹੀ ਹੈ? ਇਹ ਕੋਈ ਡਿਵੈਲਪਮੈਂਟ ਆ ਕਿ ਅੱਜ ਟ੍ਰੈਫਿਕ ਤਾਂ ਉਨਾ ਹੀ ਰਹੇਗਾ, ਕੰਜੈਸ਼ਨ ਵੀ ਉਨੀ ਰਹੇਗੀ। 4 ਲੇਨ ਦਾ ਬ੍ਰਿਜ ਅੱਜ ਆ, ਉਹਨੂੰ ਤੋੜੂਗੇ, ਦੁਬਾਰਾ 4 ਲੇਨ ਦਾ ਬਣਾ ਦੂੰਗੇ, ਸਾਰਾ ਪੈਸਾ ਖਰਚੂਗੇ। ਵਾਟਸ ਗੋਇੰਗ ਔਨ ਹੀਅਰ? ਆਈ ਡੋਂਟ ਗੈਟ ਦਿਸ। ਇਹ ਬਿਲਕੁਲ ਵੀ ਠੀਕ ਨਹੀਂਗਾ। ਸੋ ਇਹ ਕੋਈ ਵੀ ਇਨਫਰਾਸਟ੍ਰਕਚਰ ਡਿਵੈਲਪਮੈਂਟ ਨਹੀਂ ਹੈ। ਸੋ ਮੇਰੇ ਹਿਸਾਬ ਨਾਲ ਇਹ ਬਿਲਕੁਲ ਹੀ ਬੋਗਸ ਪਲਾਨ ਹੈਗਾ। ਇਟ ਸ਼ੁੱਡ ਬੀ ਚੇਂਜ ਟੂ 6 lane ਐਨੀ ਵੇ ਦੇ ਕੈਨ ਡੂ ਇਟ। ਦੇ ਸ਼ੁੱਡ ਹੈਵ ਡਨ ਵਿਚ ਦੇ ਫੇਲਡ ਮਿਜ਼ਰੇਬਲੀ। ਸੋ ਮੈਨੂੰ ਨਹੀਂ ਲੱਗਦਾ ਕਿ ਇਹ ਸਹੀ ਸਟੈਪ ਹੈ ਇਹਨਾਂ ਦਾ। ਅਤੇ 4 ਲੇਨ ਨੂੰ ਬਣਾ ਕੇ ਦੁਬਾਰਾ 4 ਲੇਨ, ਤੁਸੀਂ ਆਪ ਹੁਣ ਦੇਖ ਸਕਦੇ ਹੋ ਇਹਦਾ ਕੀ ਮਤਲਬ ਆ। ਸੋ ਪੈਨਲਿਸਟ ਦਿਲਰਾਜ ਅਟਵਾਲ ਨੂੰ ਆਪਣਾ ਸਵਾਲ ਜੁੜਾਣੇ ਕਰ ਸਕਦੇ ਨੇ। ਦਿਲਰਾਜ ਜੀ, ਤੁਸੀਂ ਜਾਣੂ ਹੋਵੋਗੇ ਕਿ ਜਿਹੜੀਆਂ ਕੈਨੇਡਾ ਦੀਆਂ ਖੁਫੀਆ ਏਜੰਸੀਆਂ ਨੇ ਜਾਂ ਸਿਕਿਉਰਿਟੀ ਏਜੰਸੀਜ਼ ਨੇ, ਉਹਨਾਂ ਨੇ ਇੱਕ ਰਿਪੋਰਟ ਜਾਰੀ ਕੀਤੀ ਸੀਗੀ ਕਿ ਕੈਨੇਡਾ ਦੇ ਵਿੱਚ ਫੋਰਨ ਇੰਟਰਫੀਰੈਂਸ ਜਿਹੜੀ ਆ ਚੋਣਾਂ ਦੇ ਵਿੱਚ ਮੈਡਲਿੰਗ ਹੋ ਰਹੀ ਆ, ਅਤੇ ਉਹਦੇ ਵਾਸਤੇ ਉਹਨਾਂ ਨੇ ਰਸ਼ੀਆ ਦਾ, ਚਾਈਨਾ ਦਾ, ਭਾਰਤ ਦਾ ਨਾਂ ਲਿਆ ਸੀਗਾ। ਹੁਣ ਸਰੀ ਦੇ ਵਿੱਚ ਲੋਕ ਦੱਸ ਰਹੇ ਆ ਜੀ ਕਿ ਸਾਨੂੰ ਵੋਟਾਂ ਪਾਉਣ ਦੇ ਵਾਸਤੇ ਪੰਜਾਬ ਤੋਂ ਲੀਡਰਾਂ ਦੇ ਫੋਨ ਆ ਰਹੇ ਆ, ਪੰਜਾਬ ਤੋਂ SSP IG ਫੋਨ ਕਰ ਰਹੇ ਆ। ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਇੱਕ ਕੈਨੇਡੀਅਨ ਹੋਣ ਦੇ ਨਾਤੇ ਤੁਸੀਂ ਕੀ ਸੋਚਦੇ ਆ ਕਿ ਅਜਿਹੀ ਜਿਹੜੀ ਸਿਆਸਤ ਦੇ ਵਿੱਚ ਫੌਰਨ ਦਖਲਅੰਦਾਜ਼ੀ ਆ, ਇਹ ਸਹੀ ਆ ਜਾਂ ਗਲਤ? ਜੀ ਤੁਹਾਡਾ ਬਹੁਤ ਵਧੀਆ ਸਵਾਲ ਆ ਜੀ ਇਹ। ਅਤੇ ਜਿਹੜੀ ਤੁਸੀਂ ਗੱਲ ਕੀਤੀ ਮੈਂ ਡੈਫੀਨੇਟਲੀ ਸੁਣੀ। ਪਿੱਛੇ ਅਮਰੀਕਾ ਇਲੈਕਸ਼ਨ ਜਦੋਂ ਹੋਏ ਸੀਗੇ ਟਰੰਪ ਅਤੇ ਹਿਲੇਰੀ ਕਲਿੰਟਨ ਦੇ, ਉਹ 'ਚ ਵੀ ਕਾਫੀ ਰੌਲਾ ਪਿਆ ਸੀਗਾ ਇੱਦਾਂ ਕਿ ਫੋਰਨ ਇੰਟਰਫੇਰੈਂਸ ਬਹੁਤ ਸੀਗੀ। ਅਤੇ ਹੁਣ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਆ ਕਿ ਪੰਜਾਬ ਤੋਂ ਫੋਨ ਆਉਂਦੇ ਆ ਜੇ ਸਰੀ ਇਲੈਕਸ਼ਨ ਹੁੰਦੇ ਆ, ਸੋ ਤੁਸੀਂ ਜੇ ਦੇਖੋ ਪੰਜਾਬ ਸਾਰਾ ਸਰੀ 'ਚ ਹੀ ਵਸਿਆ ਹੋਇਆ। ਪੰਜਾਬ ਦੇ ਪਿੰਡਾਂ ਦੇ ਲੋਕ ਸਰੀ 'ਚ ਆਏ ਹੋਏ ਆ, ਸਰੀ 'ਚ ਰਹਿੰਦੇ ਆ। ਸਰੀ ਉਹਨਾਂ ਨੇ ਬਣਾਈ ਹੈ ਮਿਹਨਤ ਕਰਕੇ, ਇੱਥੇ ਕਈ ਸਾਲਾਂ ਤੋਂ, ਕਈ ਜਨਰੇਸ਼ਨ ਤੋਂ ਰਹਿ ਰਹੇ ਆ। ਅਤੇ ਜੇ ਉਹ ਇਹ 'ਚ ਇੰਟਰਸਟ ਲੈਂਦੇ ਆ, ਉਹ ਉਹਨਾਂ ਦਾ ਇੱਕ ਮਾਈਂਡ ਸੈਟ ਆ। ਪਰ ਮੇਰੇ ਹਿਸਾਬ ਨਾਲ ਇੱਕ ਫਰਸਟ ਵਰਲਡ ਨੇਸ਼ਨ ਰਹਿੰਦੇ ਹੋਏ ਮੈਨੂੰ ਨਹੀਂ ਲੱਗਦਾ ਕਿ ਕੋਈ ਬਾਹਰਲੇ ਬੰਦੇ ਤੁਹਾਨੂੰ ਇੱਥੇ ਪ੍ਰਭਾਵ ਪਾ ਸਕਦੇ ਆ। ਇੱਕ ਇਲੈਕਸ਼ਨ ਜੋ ਕਿ ਪ੍ਰੋਵਿੰਸ਼ੀਅਲ ਇਲੈਕਸ਼ਨ ਹੈਗਾ ਆ, ਜੋ ਕਿ ਇੱਕ ਸਿਟੀ ਤੁਸੀਂ ਸਪੈਸੀਫਿਕਲੀ ਸਰੀ ਦਾ ਨਾਮ ਲਿਆ। ਸੋ ਮੈਨੂੰ ਨਹੀਂ ਲੱਗਦਾ ਕਿ ਲੋਕੀ ਸਰੀ ਨੂੰ ਟਾਰਗੇਟ ਕਰੂਗੇ ਕਿ ਬਈ ਅਸੀਂ ਸਰੀ ਦਾ ਇਲੈਕਸ਼ਨ ਇਨਫਲੂਐਂਸ ਕਰੀਏ। ਪ੍ਰੋਵਿੰਸ ਦੀ ਗੱਲ ਹੋਵੇ, ਕੈਨੇਡਾ ਦੀ ਗੱਲ ਹੋਵੇ ਤਾਂ ਮੈਂ ਅੰਡਰਸਟੈਂਡ ਕਰਾਂ, ਪਰ ਤੁਸੀਂ ਸਰੀ ਨੂੰ ਸਪੈਸੀਫਿਕਲੀ ਟਾਰਗੇਟ ਕਰ ਰਹੇ ਹੋ, ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ। ਪਰ ਹਾਂਜੀ ਡੈਫੀਨੇਟਲੀ ਜਿੱਥੇ ਪੁਟਿਨ ਦੀ ਗੱਲ ਮੈਂ ਸੁਣੀ ਸੀਗੀ ਕਿ ਹਾਂਜੀ ਉਹਨਾਂ ਨੇ ਟਰੰਪ ਦੇ ਇਲੈਕਸ਼ਨ ਵਿੱਚ ਕੋਈ ਇੰਟਰਫੇਰੈਂਸ ਸੀਗੀ, ਪਰ ਮੇਰੇ ਖਿਆਲ ਉਹ ਵੀ ਸ਼ਾਇਦ ਕਲੀਅਰ ਹੋਈ। ਸੋ ਮੇਰੇ ਕਹਿਣ ਦਾ ਮਤਲਬ ਆ ਕਿ ਸਰੀ ਨੂੰ ਟਾਰਗੇਟ ਨਹੀਂ ਕਰਨਾ ਚਾਹੀਦਾ ਆਪਾਂ ਨੂੰ। ਇਹ ਪ੍ਰੋਵਿੰਸ਼ੀਅਲ ਇਲੈਕਸ਼ਨ ਆ, ਸੋ ਇਹੋ ਜਿਹੇ ਸਵਾਲ ਨਹੀਂ ਆਉਣੇ ਚਾਹੀਦੇ। ਇਹ ਫੇਅਰ ਇਲੈਕਸ਼ਨ, ਆਪਾਂ ਨੂੰ ਇਲੈਕਸ਼ਨ BC 'ਤੇ ਪੂਰਾ ਭਰੋਸਾ ਹੈ, ਇੱਕ ਫੇਥ ਆ ਸਾਨੂੰ ਕਿ ਵੀ ਇੱਕ ਜੈਨੂਅਨ ਇਲੈਕਸ਼ਨ ਹੁੰਦੇ ਆ। ਸੋ ਜਿਸ ਤਰ੍ਹਾਂ ਤੁਸੀਂ ਕਹਿੰਦੇ ਖੁਫੀਆ ਏਜੰਸੀਜ਼ ਹੈਗੀਆਂ ਇੱਥੇ, ਉਹ ਦੱਸਦੀਆਂ
ਸੋ ਆਮ ਸ਼ੋਰ ਕਿ ਜੇ ਇਹੋ ਜਿਹਾ ਕੁਝ ਹੁੰਦਾ ਹੋਏਗਾ ਤਾਂ ਡੈਫੀਨਿਟਲੀ ਸਾਹਮਣੇ ਆਉਂਦਾ ਹੈ। ਸੋ ਜੀ ਮੈਨੂੰ ਆਪਣੇ ਇਲੈਕਸ਼ਨ BC ਤੇ ਪੂਰਾ ਭਰੋਸਾ ਆ ਤੇ ਬਹੁਤ ਫੇਥ ਹੈ ਮੈਨੂੰ, ਜੈਨੂਇਨ ਤਰੀਕੇ ਨਾਲ ਇਲੈਕਸ਼ਨ ਹੁੰਦੇ ਆ। ਸੋ ਆਮ ਵੈਰੀ ਗਲੈਡ ਟੂ ਬੀ ਅ ਪਾਰਟ ਆਫ ਕੈਨੇਡੀਅਨ ਇਲੈਕਸ਼ਨ ਐਂਡ ਇਲੈਕਸ਼ਨ BC। ਥਿੰਗਸ ਆਰ ਗੋਇੰਗ ਵੈਰੀ ਵੈਲ, ਸੋ ਡੈਫੀਨਿਟਲੀ ਤੇ ਜੀ ਰਚਨਾ ਜੀ ਸੰਤੁਸ਼ਟ ਹੋ ਇਹਨਾਂ ਦੇ ਜਵਾਬ ਤੋਂ, ਕੀ ਕਹਿਣਾ ਚਾਹੋਗੇ? ਜੀ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਕਿ ਬਹੁਤ ਦਿਨਾਂ ਤੋਂ ਬਹੁਤ ਗੱਲਾਂ ਸੁਣਨ ਚ ਆ ਰਹੀਆਂ ਹੈਗੀਆਂ ਕਿ ਕੁਝ ਸਰੀ ਦੀ ਰਾਈਟਿੰਗਸ ਵਿੱਚ ਬਹੁਤ ਜ਼ਿਆਦਾ ਬਾਹਰਲੇ ਜਿਹੜੇ ਇੰਡੀਅਨ ਪੋਲੀਟੀਸ਼ੀਅਨਸ ਹੈ ਉਹ ਲੋਕਾਂ ਨੂੰ ਫੇਸ ਟਾਈਮ ਕਰ ਰਹੇ ਹੈ, ਕਾਨਫਰੰਸ ਕਾਲਸ ਕਰ ਰਹੇ ਹੈ, ਐਂਡ ਆਈ ਐਮ ਸ਼ੋਰ ਦਿਲਰਾਜ ਇਜ਼ ਅਵੇਅਰ ਅਬਾਊਟ ਦੈਟ। ਐਂਡ ਦਿਲਰਾਜ ਯੂ ਆਰ ਅ ਵੈਰੀ ਯੰਗ ਕੈਂਡੀਡੇਟ, ਤੁਹਾਡੇ ਤੇ ਮੈਨੂੰ ਬਹੁਤ ਜ਼ਿਆਦਾ ਤੁਹਾਡੇ ਤੋਂ ਉਮੀਦਾਂ ਹੈਗੀਆਂ। ਐਂਡ ਪਰ ਹੈ ਕਿ ਮੈਂ ਚਾਹੂੰਗੀ ਕਿ ਜਿਹੜਾ ਵੀ ਕੋਈ ਕੈਂਡੀਡੇਟ ਇੱਥੇ ਆਉਂਦਾ ਔਰ ਬਹੁਤ ਜ਼ਿਆਦਾ ਹਿੰਮਤ ਦਿਖਾਉਂਦੇ ਆ ਜਦ ਅਸੀਂ ਇੱਕ ਆਪਣਾ ਨਾਮ ਰੱਖਦੇ ਹੈਗੇ ਆ, ਪਰ ਹੈ ਕਿ ਕੰਮ ਆਪਣੇ ਬਲਬੂਤੇ ਤੇ ਅਸੀਂ ਇਲੈਕਸ਼ਨ ਲੜੀਏ ਰਾਦਰ ਦੈਨ ਕਿ ਅਸੀਂ ਬਾਹਰਲੀਆਂ ਇਨਫਲੂਐਂਸ ਜਿਹੜਾ ਇੰਡੀਅਨ ਸਟਾਈਲ ਪੋਲੀਟਿਕਸ ਅਸੀਂ ਇੱਥੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਦਾ ਬਿਲਕੁਲ ਆਈ ਥਿੰਕ ਇਟ ਸ਼ੁੱਡ ਬੀ ਕੰਡੈਮਡ। ਔਰ ਮੈਨੂੰ ਉਮੀਦ ਸੀਗੀ ਕਿ ਦਿਲਰਾਜ ਤੁਸੀਂ ਉਹਨੂੰ ਬਹੁਤ ਚੰਗੀ ਤਰੀਕੇ ਨਾਲ ਕੰਡੈਮ ਕਰੋਗੇ ਤੇ I have faith in election PCs too। ਜਿਸ ਤਰ੍ਹਾਂ ਮੈਂ ਕਿਹਾ ਮੈਨੂੰ ਇਲੈਕਸ਼ਨ BC ਪੂਰਾ ਫੇਥ ਹੈ ਤਾਂ ਮੈਂ ਕੰਡੈਮ ਹੀ ਕਰ ਰਿਹਾ ਹਾਂ ਤੇ ਮੈਂ ਤੁਹਾਨੂੰ ਦੁਬਾਰਾ ਕਹਿ ਕਿ ਸਰੀ ਨੂੰ ਟਾਰਗੇਟ ਨਹੀਂ ਕਰਨਾ ਚਾਹੀਦਾ ਸਾਨੂੰ। ਇੱਕ ਪ੍ਰੋਵਿੰਸ ਦੀ ਗੱਲ ਹੁੰਦੀ ਹੈ, ਕੈਨੇਡਾ ਦੀ ਗੱਲ ਹੁੰਦੀ ਹੈ। ਦਿਲਰਾਜ ਤੁਹਾਨੂੰ ਮੌਕਾ ਦੇਵਾਂਗੇ ਦੋਵਾਂ ਨੂੰ ਆਪਸ ਦੇ ਵਿੱਚ ਵੀ ਕਿਸੇ ਵੀ ਮੁੱਦੇ ਦੇ ਉੱਤੇ ਗੱਲ ਕਰਨ ਦਾ, ਕਿਉਂਕਿ ਇਹ ਵਾਲਾ ਰਾਊਂਡ ਜਿਹੜਾ ਫਿਲਹਾਲ ਖਤਮ ਹੋ ਚੁੱਕਿਆ ਹੈ। ਅਗਲਾ ਜਿਹੜਾ ਸਾਡਾ ਰਾਊਂਡ ਹੈ ਉਹ ਹੈ ਕ੍ਰਾਸ ਫਾਇਰ। ਇਸ ਰਾਊਂਡ ਦੇ ਵਿੱਚ ਉਮੀਦਵਾਰ ਇੱਕ ਦੂਜੇ ਨੂੰ ਸਵਾਲ ਪੁੱਛਣਗੇ, ਪਰ ਇਸ ਦੇ ਵਿੱਚ ਦੋਹਾਂ ਉਮੀਦਵਾਰਾਂ ਨੂੰ ਬਹਿਸ ਦੇ ਲਈ ਜਿਹੜਾ ਹੈ ਉਹ 2 ਮਿੰਟ ਦਾ ਸਮਾਂ ਦਿੱਤਾ ਜਾਏਗਾ। ਉਸ ਦੇ ਵਿੱਚ ਹੀ ਤੁਸੀਂ ਆਪਣੀ ਗੱਲ ਜਿਹੜੀ ਹੈ ਉਹ ਮੁਕੰਮਲ ਕਰਨੀ ਹੋਏਗੀ। ਸੋ ਯੂਰ ਟਾਈਮ ਸਟਾਰਟਸ ਨਾਓ। ਸਭ ਤੋਂ ਪਹਿਲਾਂ ਅਸੀਂ ਟਾਈਮ ਦਿੰਦੇ ਹਾਂ ਦਿਲਰਾਜ ਤੁਹਾਨੂੰ, ਤੁਸੀਂ ਕੋਈ ਆਪਣਾ ਜਿਹੜਾ ਸਵਾਲ ਹੈ ਤੁਸੀਂ ਪੁੱਛ ਸਕਦੇ ਹੋ ਰਚਨਾ ਜੀ ਨੂੰ, ਔਰ ਦੋਹਾਂ ਦੇ ਕੋਲ ਉਸ ਦੇ ਉੱਤੇ ਜਿਹੜਾ ਬਹਿਸ ਕਰਨ ਦੇ ਲਈ 2 ਮਿੰਟ ਦਾ ਸਮਾਂ ਸਵਾਲ ਪੁੱਛ ਸਕਦੇ ਹੋ। ਜੀ ਮੇਰਾ ਸਵਾਲ ਰਤਨ ਜੀ ਬੜਾ ਸਿੰਪਲ ਆ ਕਿ ਇਹ ਜਿਹੜੀ ਸਰਕਾਰ ਨੇ ਹਸਪੀਟਲ ਦਾ ਵਾਅਦਾ ਕੀਤਾ, ਬਜਟ ਵਿੱਚ ਹੈਗਾ ਜੀ, ਹੈ ਨਹੀਂ ਸੀਗਾ, ਪਲਾਨ 'ਚ ਹੈਗਾ ਜੀ, ਪਲਾਨ ਹੈ ਨਹੀਂਗਾ। ਸਾਰੀ ਆਰਡੀਨੈਂਸ ਤੁਸੀਂ ਕਹਿ ਰਹੇ ਹੋ ਕੈਪੀਟਲ ਕਿਸੇ ਨੂੰ ਨਹੀਂ ਸਮਝ ਆਉਂਦਾ, ਕੈਪੀਟਲ 'ਚ ਹੈਗਾ ਜੀ, ਇਹਦੇ ਵਿੱਚ ਹੈਗਾ ਆ। ਫਿਰ ਤੁਸੀਂ ਕਿਹਾ ਕਿ ਵੀ ਸਾਡੇ ਕੋਲ ਫੰਡਿੰਗ ਪਈ ਆ, ਫੰਡਿੰਗ ਵੀ ਹੈ ਨਹੀਂ, ਕਿੱਥੇ ਆ ਦਿਖਾਓ, ਪਤਾ ਨਹੀਂ ਜੀ ਕਿੱਥੇ ਆ। ਇਹ ਝੂਠੀ ਸਰਕਾਰ ਆ, ਝੂਠੀ ਸਰਕਾਰ ਆ। ਇੱਕ ਵੀ ਸ਼ਵਲ ਹਸਪੀਟਲ ਦੀ ਮਿੱਟੀ ਪੱਟਣ ਲਈ ਯੂਜ਼ ਨਹੀਂ ਹੋਇਆ। ਫਿਰ ਇਹਨਾਂ ਨੇ ਕਿਹਾ ਸੀ ਜ਼ਮੀਨ ਖਰੀਦ ਲਈ KPU ਦੀ, ਅੱਜ ਤੱਕ ਉਹ ਜ਼ਮੀਨ KPU ਦੇ ਨਾਮ ਤੇ ਹੀ ਹੈ। ਥੋੜ੍ਹੇ ਦਿਨ ਪਹਿਲਾਂ ਆਪਾਂ ਲੈਂਡ ਐਡਰ ਕਢਾਇਆ ਸੀਗਾ ਤੇ ਉਹਦੇ ਵਿੱਚ ਵੀ ਸ਼ੋ ਹੋਇਆ ਕਿ ਸਿਰਫ KPU ਦੇ ਨਾਮ ਦੀ ਜ਼ਮੀਨ ਆ, ਜ਼ਮੀਨ ਵੀ ਇਹਨਾਂ ਨੇ ਨਹੀਂ ਖਰੀਦੀ, ਲੋਕਾਂ ਨੂੰ ਝੂਠ ਬੋਲਿਆ। ਸੋ ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਤੁਹਾਡੀ ਸਰਕਾਰ ਨੇ 3 ਸਾਲ ਕੀਤਾ ਕੀ ਹਸਪੀਟਲ ਲਈ? ਜੀ ਬਿਲਕੁਲ, ਮੈਂ ਸਭ ਤੋਂ ਪਹਿਲਾਂ ਦਿਲਰਾਜ ਨੂੰ ਇਹ ਪੁੱਛਣਾ ਚਾਹੂੰਗੀ ਕਿ 16 ਸਾਲ ਜਦ ਇਹਨਾਂ ਦੀ ਸਰਕਾਰ ਸੀਗੀ ਤੁਸੀਂ ਹਸਪੀਟਲ ਲਈ ਕੀ ਕੀਤਾ? ਅਸੀਂ ਤਾਂ ਜਿਹੜੀ ਸਾਡੀ ਪਿਛਲੀ NDP ਦੀ ਸਰਕਾਰ ਸੀਗੀ ਉਹਨਾਂ ਨੇ ਜ਼ਮੀਨ ਖਰੀਦੀ ਹੋਈ ਸੀਗੀ ਔਰ ਉਹਨਾਂ ਨੇ ਉਹ ਜ਼ਮੀਨ 152 ਤੇ ਹਾਈਵੇ 10 ਦੇ ਉੱਤੇ ਸੀਗੀ। ਤੁਹਾਡੀ ਸਰਕਾਰ ਲਿਬਰਲ ਸਰਕਾਰ ਔਰ ਤੁਹਾਡੇ ਲੀਡਰ ਨੇ ਉਹ ਜ਼ਮੀਨ ਆਪਣੇ ਦੋਸਤਾਂ ਨੂੰ, ਡਿਵੈਲਪਰ ਦੋਸਤਾਂ ਨੂੰ ਦੇ ਦਿੱਤੀ। ਜਦੋਂ ਜੀ ਉਹ ਜ਼ਮੀਨ ਵਿਕੀ ਗਈ ਉਸ ਵੇਲੇ ਅਸੀਂ ਜਿਮ ਪੈਟਰਸਨ ਦੀ ਬਿਲਡਿੰਗ ਬਣਾਈ ਜੋ ਕਿ ਸਰੀ ਮੈਮੋਰੀਅਲ ਦੇ ਬਿਲਕੁਲ ਨੇੜੇ ਆ। ਉਹ ਲੋਕੇਸ਼ਨ ਇੰਨੇ ਲੋਕਾਂ ਨੂੰ ਹੈਲਪ ਕਰਦੀ ਹੈ ਜਿਹੜੇ ਲੋਕੀ ਸਰੀ ਮੈਮੋਰੀਅਲ ਜਾ ਕੇ ਆਪਣਾ ਐਕਸਰੇ ਕਰਵਾਉਣਾ, MRI ਕਰਵਾਉਣਾ, ਵੇਟਿੰਗ 'ਚ ਹੁੰਦੇ। ਦਿਲਰਾਜ ਪਰ ਤੁਸੀਂ ਹਸਪੀਟਲ ਦਾ ਇੱਕ ਵਾਅਦਾ ਸੀਗਾ ਸਾਡੇ ਸਰੀ ਨਿਵਾਸੀਆਂ ਲਈ, ਤੁਸੀਂ ਉਹ ਨਹੀਂ ਪੂਰਾ ਕੀਤਾ। ਉਹਦੇ ਜਿਹੜੀ ਉਹ ਜ਼ਮੀਨ ਅਸਾਈਨਡ ਫॉर ਅ ਨਿਊ ਸਰੀ ਹਸਪੀਟਲ ਯੂ ਡਿਡ ਨਾਟ ਬਿਲਡ ਇਟ। ਦੇਖੋ ਮੈਂ ਦੈਟਸ ਅ ਫੈਕਟ। ਤੁਸੀਂ ਲੇਡੀ ਹੈ, ਮੈਂ ਆਰਾਮ ਨਾਲ ਗੱਲ ਕਰਨਾ ਚਾਹੁੰਦਾ ਹਾਂ। ਆਪਾਂ ਡਿਬੇਟ ਕਰ ਰਹੇ, ਸਰੀ ਦੇ ਲੋਕ ਦੇਖ ਰਹੇ ਆ। ਮੈਂ ਇੱਕ ਬਹੁਤ ਸਿਵਲ ਤਰੀਕੇ ਨਾਲ ਅਸੀਂ ਕਰਨਾ ਚਾਹੀਦਾ ਸਾਨੂੰ, ਕਿਉਂਕਿ ਅਸੀਂ ਇਹਨਾਂ ਦੇ ਰਿਪਰੈਜ਼ੈਂਟੇਟਿਵ ਹੈਗੇ ਆ। ਸੋ ਵੀ ਸ਼ੁਡ ਨਾਟ ਰੇਜ਼ ਆਰ ਵੌਇਸ। ਬੜੇ ਪਿਆਰ ਨਾਲ ਗੱਲ ਕਰ ਰਹੇ। I respect you too, but it is about the facts that I am trying to bring forward ਕਿ ਜਿਹੜੀ ਜ਼ਮੀਨ ਸੀਗੀ ਉਹ ਵੇਚ ਦਿੱਤੀ ਗਈ। ਅਸੀਂ ਗੁੰਮਰਾਹ ਤੁਸੀਂ ਕਰ ਰਹੇ ਹੋ ਦਿਲਰਾਜ, ਅਸੀਂ ਨਹੀਂ ਕਰ ਰਹੇ। ਔਰ ਤੁਸੀਂ ਨਹੀਂ ਪਰਸਨਲੀ ਦਿਲਰਾਜ, ਤੁਸੀਂ ਨਹੀਂ ਦਬਾ ਸਕਦੇ, ਤੁਸੀਂ ਨਹੀਂ ਕਰ ਰਹੇ। ਤੁਹਾਡੇ ਲਿਬਰਲ ਸਰਕਾਰ ਕਰ ਰਹੀ ਹੈ ਕਿਉਂਕਿ ਲਿਬਰਲਾਂ ਦੇ ਕੋਲ ਕੁਝ ਨਹੀਂ ਹੈਗਾ। ਆਪਣੇ 16 ਸਾਲ ਦਾ ਜਿਹੜਾ ਉਹਨਾਂ ਦਾ ਰੈਕੋਰਡ ਹੈ ਉਹਨਾਂ ਕੋਲ ਕੁਝ ਸ਼ੋਅ ਕਰਨ ਲਈ ਨਹੀਂ ਹੈਗਾ ਸੀਗਾ। ਸਰੀ ਮੈਮੋਰੀਅਲ ਸਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਐਮਰਜੈਂਸੀ ਵਾਰਡ ਹੈ ਇੱਕ ਟਾਈਮ ਤੇ ਕੈਨੇਡਾ ਦਾ ਸਭ ਤੋਂ ਵੱਡਾ ਐਮਰਜੈਂਸੀ ਵਾਰਡ ਸੀਗਾ। ਜਦੋਂ ਇਹਨਾਂ ਨੇ ਜ਼ਮੀਨ ਕਹਿ ਰਹੇ ਵੇਚੀ, ਇਹ ਕੀਤਾ ਉਹ ਕੀਤਾ, ਜਿਮ ਪੈਟਰਸਨ ਦੀ ਬਿਲਡਿੰਗ ਬਣੀ, ਸਰੀ ਐਮਰਜੈਂਸੀ ਵਾਰਡ ਕੈਨੇਡਾਜ਼ ਬਿਗੇਸਟ। ਸਾਡੀ ਜਿਹੜੀ ਪਲਾਨ ਹੈਗੀ ਹੈ, ਅਸੀਂ ਕਨਸੈਪਟ ਪਲਾਨ ਲੈ ਕੇ ਆਏ, ਅਸੀਂ ਉਹਦੇ ਲਈ ਜ਼ਮੀਨ ਅਕਵਾਇਰ ਕੀਤੀ, ਬਿਜ਼ਨਸ ਪਲਾਨ ਚੱਲ ਰਹੀ ਹੈਗੀ ਹੈ, ਜ਼ਮੀਨ ਹੈਗੀ ਹੈ। ਉਹਦਾ ਆਰਕੀਟੈਕਟ ਵੀ ਜਿਹੜਾ ਆਰਕੀਟੈਕਚਰ ਜਿਹੜੀ ਬਿਡ ਹੋ ਚੁੱਕੀ ਹੈ, ਆਰਕੀਟੈਕਟ ਹੈਜ਼ ਬੀਨ ਅਸਾਈਨਡ। ਆਰਕੀਟੈਕਟ ਕੋਈ ਹਵਾ 'ਚ ਨਹੀਂ ਅਸਾਈਨ ਕਰ ਦਿੱਤੇ ਜਾਂਦੇ। ਜ਼ਮੀਨ ਤਾਂ ਖਰੀਦੋ, ਬਿਲਕੁਲ ਜ਼ਮੀਨ ਸਾਡੀ ਹੈ। ਇਟਸ ਇੰਟਰ ਗਵਰਨਮੈਂਟ ਜਿਹੜੇ ਉਹਨਾਂ ਦਾ ਜਿਹੜੀ ਉਹ ਚੱਲ ਰਿਹਾ ਹੈਗਾ, ਪਰ ਇਟਸ ਅ ਗਵਰਨਮੈਂਟ ਲੈਂਡ and it is there's an architect also signed on it। ਸਾਹਿਬ ਨੇ ਆਪਣੇ ਸ਼ੋਅ ਤੇ ਦੱਸਿਆ ਤੁਹਾਨੂੰ ਕਿ ਜੀ KPU ਦੀ ਲੈਂਡ ਆ, ਅੱਜ ਤੱਕ ਲੈਂਡ ਟਾਈਟਲ ਰਜਿਸਟਰ ਉਹਦੇ ਨਾਮ ਤੇ ਹੀ ਆ। ਸੋ ਮੈਨੂੰ ਨਹੀਂ ਸਮਝ ਆ ਰਿਹਾ ਕਿਹੜੀ ਗਵਰਨਮੈਂਟ ਦੀ ਜ਼ਮੀਨ ਹੈ, ਕਿਹੜੀ ਇੰਟਰਫੇਰੈਂਸ ਹੋਣੀ, ਜਿਹੜੀ ਤੁਸੀਂ ਕਨਫਿਊਜ਼ਨ ਕ੍ਰੀਏਟ ਕਰ ਰਹੇ ਹੋ। ਬਿਲਕੁਲ ਅਗਲਾ ਸਵਾਲ ਰਚਨਾ ਜੀ ਤੁਸੀਂ ਕਰ ਸਕਦੇ ਹੋ ਦਿਲਰਾਜ ਅਟਵਾਲ ਨੂੰ, ਤੇ ਤੁਹਾਡੇ ਕੋਲ 2 ਮਿੰਟ ਹੈ ਦੋਨਾਂ ਕੋਲ ਬਹਿਸ ਕਰਨ ਦੇ ਲਈ।
ਬਿਲਕੁਲ ਜੀ, ਥੈਂਕ ਯੂ ਦਿਲਰਾਜ। ਮੈਂ ਤੁਹਾਡੇ ਲਿਬਰਲ ਸਰਕਾਰ ਨੇ ਜਿਹੜਾ PST ਕੱਟ ਕਰਨ ਦੀ ਇੱਕ ਗੱਲ ਕੀਤੀ ਹੈਗੀ ਹੈ, ਜਿਹਦਾ ਕਿ ਬਹੁਤ ਜ਼ਿਆਦਾ ਜਿਹੜਾ ਮੈਂ ਪੁੱਛਣਾ ਚਾਹੂੰਗੀ ਕਿ ਹਾਊ ਡੂ ਯੂ ਥਿੰਕ ਜਿਹੜੀ PST ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜੇ ਉਤਲਾ ਵਰਗ ਹੈ ਜਾਂ ਉਤਲੀਆਂ ਅਸੀਂ ਮਹਿੰਗੀਆਂ ਚੀਜ਼ਾਂ ਦਿੰਦੇ ਆ ਉਹਨਾਂ ਨੂੰ ਫਾਇਦਾ ਪਹੁੰਚਾਏਗੀ, ਅਤੇ ਇੱਕ ਉਹ ਸਪੈਕੂਲੇਸ਼ਨ ਟੈਕਸ ਨੂੰ ਵੀ ਖਤਮ ਕਰਨ ਦੀ ਗੱਲ ਕਰ ਰਹੇ ਹਾਂ। ਅਫੋਰਡੇਬਿਲਿਟੀ ਦੀ ਜਦ ਅਸੀਂ ਜਿਹੜੀ ਕਿ ਕਿੰਨੀ ਵੱਡੀ ਸਮੱਸਿਆ ਹੈਗੀ ਗ੍ਰੀਨ ਟਿੰਬਰਸ ਦੀ, ਤੁਸੀਂ ਕਿਹੜੀਆਂ ਸਰਵਿਸਿਜ਼ ਕੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਹੋ ਕਿ ਜਿਹਦਾ ਕਿ ਤੁਸੀਂ PST ਵਰਗੀ ਚੀਜ਼ਾਂ ਜਿਹੜੀ PST ਦਾ ਕੱਟ ਹੈ ਉਹਦਾ ਹਰਜਾਨਾ ਭਰੋ? ਜਿਹੜੀ BC ਪਹਿਲਾਂ ਸਰਪਲਸ ਸੀਗੀ 3 ਬਿਲੀਅਨ, ਜਦੋਂ BC ਲਿਬਰਲ ਸਰਕਾਰ ਹਟੀ ਤੇ ਤੁਸੀਂ ਆਏ, ਤੁਸੀਂ ਕੋਵਿਡ ਤੋਂ ਪਹਿਲਾਂ ਉਹ ਪੈਸੇ ਖਤਮ ਕਰਤੇ, ਲੋਕਾਂ ਦੀ ਤੁਸੀਂ ਬੈਕ ਬ੍ਰੇਕ ਕਰਤੀ, ਤੁਸੀਂ 23 ਤਰ੍ਹਾਂ ਦੇ ਟੈਕਸ ਇੰਟਰੋਡਿਊਸ ਕਰਤੇ। ਉਸ ਤੋਂ ਬਾਅਦ ਕੋਵਿਡ ਆ ਗਿਆ, ਕੋਵਿਡ ਅਸੀਂ ਦੇਖ ਲਿਆ ਤੁਸੀਂ ਕੀ ਕਰ ਰਹੇ ਹੋ, ਤੁਸੀਂ ਇਲੈਕਸ਼ਨ ਕਰਵਾ ਰਹੇ ਹੋ, ਲੋਕੀ ਘਰਾਂ 'ਚ ਡਰੇ ਹੋਏ ਆ, ਬਾਹਰ ਨਿਕਲ ਨਹੀਂ ਰਹੇ, ਸਕੂਲਾਂ ਤੁਸੀਂ ਬੱਚੇ ਤੋੜਤੇ, ਰੋਜ਼ ਕੇਸਿਸ ਵੱਧ ਰਹੇ ਆ, ਤੇ ਤੁਸੀਂ ਕਿਹਾ ਨਹੀਂ ਵੀ ਇਲੈਕਸ਼ਨ ਕਰਨੇ ਆ। ਤੁਹਾਨੂੰ ਕਿਸੇ ਸਰਕਾਰ ਨੇ ਨਹੀਂ ਕਿਹਾ ਸੀਗਾ, ਗ੍ਰੀਨ ਪਾਰਟੀ ਤੁਹਾਡੇ ਨਾਲ ਸੀਗੀ, ਲਿਬਰਲ ਤੁਹਾਡੇ ਨਾਲ ਚੱਲ ਕੇ ਕੰਮ ਕਰ ਰਹੀ ਸੀਗੀ, ਬੜਾ ਅੱਛਾ ਕੰਟਰੋਲ ਹੋ ਰਿਹਾ ਸੀ ਕੋਵਿਡ ਤੇ, ਪਰ ਤੁਸੀਂ ਕੀ ਕਿਹਾ? ਨਹੀਂ, ਅਸੀਂ ਇਲੈਕਸ਼ਨ ਕਰਨਾ। ਕਿਉਂ? ਅਸੀਂ ਵੀ 4 ਸਾਲ ਹੋਰ ਵਿਕਟੋਰੀਆ ਬਹਿਣਾ ਹੈ। ਤੁਸੀਂ ਲੋਕਾਂ ਦਾ ਨਹੀਂ ਸੋਚਿਆ। PST ਰਾਈਟ ਵੇ ਆਉਣ ਦੇ ਨਾਲ, PST ਰਾਈਟ ਵੇ, ਮੈਂ ਉਹੀ ਦੱਸ ਰਿਹਾ ਜੀ, PST ਰਾਈਟ ਵੇ ਆਉਣ ਦੇ ਨਾਲ ਜਿਹੜੇ ਲੋਕਾਂ ਨੂੰ ਇੰਨੀ ਮੁਸੀਬਤਾਂ ਹੈਗੀ, ਪੈਸੇ ਇਹਨਾਂ ਕੋਲ ਔਖੇ ਟਾਈਮ ਦੇ ਵਿੱਚ, ਜਦੋਂ ਇਕਨੋਮਿਕਲ ਕ੍ਰਾਈਸਿਸ ਹੈਗੇ ਆ, ਮੈਡੀਕਲ ਕ੍ਰਾਈਸਿਸ ਹੈਗੇ ਆ, ਉਸ ਵੇਲੇ ਲੋਕੀ ਐਟਲੀਸਟ ਰਾਈਟ ਵੇ ਸੇਵਿੰਗ ਕਰਨੀ ਸ਼ੁਰੂ ਕਰ ਸਕਦੇ ਆ। ਕਿੰਨੀਆਂ ਚੀਜ਼ਾਂ ਤੇ PST ਲੱਗਦੀ ਆ, ਉਹ 0% ਤੇ ਆ, ਰਾਈਟ ਵੇ ਤੁਹਾਡੀ ਰਿਕਵਰੀ ਸ਼ੁਰੂ ਹੁੰਦੀ ਆ। ਸੈਕੰਡ ਡੇ ਦੇ ਵਿੱਚ 3% ਤੇ ਆ, ਤਾਂ ਕਿ ਇਕਨੋਮੀ ਵੀ ਰਿਕਵਰ ਹੋਵੇ ਨਾਲ ਨਾਲ। ਪਰ ਰਾਈਟ ਨਾਓ ਦ ਵੈਰੀ ਇੰਪੋਰਟੈਂਟ ਥਿੰਗ ਵੀ ਹੈਵ ਟੂ ਡੂ ਇਜ਼ ਮੇਕ ਸ਼ੋਰ ਦੈਟ ਪੀਪਲ ਹੈਵ ਟਾਈਮ ਟੂ recover, and that's the only way to do it. We have to have 0% PST for the first year. ਅਸੀਂ ਕਈ ਸਾਲ ਨਹੀਂ ਕੀਤੀ ਇਹ ਬਹੁਤ ਮਿਸਕਨਸੈਪਸ਼ਨ ਤੁਸੀਂ ਕ੍ਰੀਏਟ ਕਰ ਰਹੇ ਹੋ। ਇਹ ਸਿਰਫ ਪਹਿਲੇ ਸਾਲ ਵਾਸਤੇ ਗਿਆ, ਉਸ ਤੋਂ ਬਾਅਦ 3% ਤੇ ਆਏ, ਸੋ ਉਹਦੇ ਨਾਲ ਇਕਨੋਮੀ ਦੁਬਾਰਾ ਰਿਵਾਈਵ ਕਰੇਗੀ। ਹੁਣ ਤੁਸੀਂ ਹੁਣ ਗੱਲ ਕਰ ਰਹੇ ਹੋ ਅਮੀਰ ਵਰਗ ਨੂੰ, ਤੁਸੀਂ ਇਹ ਹਮੇਸ਼ਾ ਤੁਹਾਨੂੰ ਭਟਕਾਇਆ ਜਾਂਦਾ ਹੈ ਲੋਕਾਂ ਨੂੰ ਕਿ ਵੀ ਇਹ ਸਰਕਾਰ ਅਮੀਰਾਂ ਸਰਕਾਰ ਆ। 98% BC ਦੇ ਵਿੱਚ ਸਮਾਲ ਬਿਜ਼ਨਸ ਹੈਗੇ ਆ, ਜਿਸ 'ਚੋਂ ਆਪਾਂ ਪਹਿਲਾਂ ਵੀ ਸੁਣਿਆ ਕਿ ਮੈਕਸਿਮਮ ਲੇਡੀਜ਼ ਓਨਰ ਹੈਗੀਆਂ। ਇਸ ਸਾਲ ਤੁਹਾਡੇ ਕਰਕੇ ਕਿੰਨੇ ਲੋਕਾਂ ਦਾ ਕ੍ਰਿਸਮਸ ਖਰਾਬ ਹੋਏਗਾ, ਕਿੰਨੇ ਸਮਾਲ ਬਿਜ਼ਨਸ ਓਨਰ ਆਪਣਾ ਕ੍ਰਿਸਮਸ ਚੰਗਾ ਨਹੀਂ ਮਨਾ ਪਾਉਣਗੇ ਬਿਕੋਜ਼ ਆਫ ਯੂ ਗਾਇਜ਼। ਤੁਸੀਂ ਕੀ ਕੀਤਾ? ਇਲੈਕਸ਼ਨ ਕਰਾਤਾ, 40-50 ਮਿਲੀਅਨ ਦਾ ਇਲੈਕਸ਼ਨ ਤੁਸੀਂ ਕਰਵਾ ਰਹੇ ਹੋ, ਉਹ ਲੋਕਾਂ ਨੂੰ ਪੈਸੇ ਦਿਓ, ਤੁਸੀਂ ਕਿਉਂ ਨਹੀਂ ਦਿੱਤੇ ਅੱਜ ਤੱਕ? ਲੋਕਾਂ ਦੇ ਬਿਜ਼ਨਸ ਕ੍ਰਿਸਮਸ ਇਜ਼ ਅ ਟਾਈਮ ਵੈਨ ਐਵਰੀਵਨਸ ਹੈਪੀ, ਥੈਂਕਸਗਿਵਿੰਗ ਆ ਰਹੀ ਆ, ਲੋਕੀ ਥੈਂਕਸਗਿਵਿੰਗ ਆਉਣ ਵਾਲੀ ਹੈ, ਲੋਕੀ ਵੋਟ ਪਾਉਣ ਜਾਣਾ ਚਾਹੁੰਦੇ ਆ। ਮਤਲਬ ਇਹਨਾਂ ਨੇ ਲੋਕਾਂ ਨਾਲ ਕੀ ਕੀਤਾ ਹੈ ਮੈਨੂੰ ਨਹੀਂ ਸਮਝ ਆ ਰਿਹਾ। ਸੋ ਸਾਨੂੰ ਇਹ ਚੀਜ਼ ਚੇਂਜ ਕਰਨੀ ਪੈਣੀ ਹੈ। ਕਿਹੜੇ ਕੱਟ ਤੁਸੀਂ ਕਰੋਗੇ ਜੀ? ਦਿਲਰਾਜ, ਸਵਾਲ ਕਰਨ ਦੀ ਤੁਹਾਡੀ ਹੁਣ ਟਰਨ ਹੈ, ਤੁਸੀਂ ਕਰ ਸਕਦੇ ਹੋ ਰਚਨਾ ਜੀ ਨੂੰ ਆਪਣਾ ਸਵਾਲ। ਜੀ ਮੇਰਾ ਸਵਾਲ ਇੱਕ ਹੈ ਜੀ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ, ਜਿਹੜੀ BC ਲਿਬਰਲ ਸਰਕਾਰ ਹੈ ਤਰੱਕੀ ਦੀ ਸਰਕਾਰ ਹੈ, ਅਸੀਂ ਹਮੇਸ਼ਾ ਕੰਮ ਕੀਤੇ ਆ, ਚੀਜ਼ਾਂ ਬਣਾਈਆਂ ਆ। ਮੈਂ ਤੁਹਾਨੂੰ ਸਿਰਫ ਆਹ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਮੈਸੀ ਟਨਲ ਦਾ ਇਸ਼ੂ ਸੀਗਾ, ਤੁਸੀਂ ਉਹਦੇ ਵਿੱਚ ਇੰਟਰਫੇਰੈਂਸ ਕਰਕੇ ਉਹ ਕੰਮ ਬੰਦ ਕਰਵਾ ਦਿੱਤਾ। ਤੁਸੀਂ ਚੱਲਦਾ ਹੋਇਆ ਪ੍ਰੋਜੈਕਟ ਰੋਕ ਕੇ, ਟਨਲ ਉੱਥੇ ਦੀ ਉੱਥੇ ਪਈ ਆ, ਕੰਜੈਸ਼ਨ ਉੱਥੇ ਦਾ ਉੱਥੇ ਹੀ ਆ। ਉਸ ਤੋਂ ਬਾਅਦ ਜਿਹੜਾ ਪੈਟਰੋਲ ਹੋਇਆ ਤੁਸੀਂ 4 ਦਾ ਤੋੜ ਕੇ 4 ਦਾ ਬਣਾਉਣਾ ਚਾਹੁੰਦੇ ਆ। ਇਹ ਕੀ ਹੋ ਰਿਹਾ, ਮੈਨੂੰ ਇਹਦਾ ਸਮਝਾਓ ਪਲੀਜ਼। ਜੀ ਅਸੀਂ ਜੀ ਸਾਡੇ ਸਭ ਤੋਂ ਜ਼ਿਆਦਾ ਜੇ ਅਸੀਂ ਦੇਖੀਏ ਜੇ ਟ੍ਰਾਂਸਿਟ ਦੀ ਜਿਹੜੀ ਸਾਡੀ ਪਲਾਨ ਹੈਗੀ ਹੈ, ਵੀ ਹੈਵ ਦ ਮੋਸਟ ਰੋਬਸਟ ਪਲਾਨ ਫॉर द ਟ੍ਰਾਂਸਿਟ। ਕੱਲ੍ਹ ਹੀ ਜਿਹੜੇ ਸਾਡੇ ਪ੍ਰੀਮੀਅਰ ਹੈ ਜਿਨ੍ਹਾਂ ਨੇ ਅਨਾਊਂਸ ਕੀਤਾ ਕਿ ਜਿਹੜੀ ਲੈਂਗਲੀ ਤੱਕ ਸਕਾਈ ਟ੍ਰੇਨ ਹੈਗੀ ਹੈ, ਪਹਿਲਾਂ ਜਿਹੜਾ ਕਿ ਸੈਕਿੰਡ ਫੇਸ ਅਸੀਂ ਪਹਿਲਾਂ ਪੈਸੇ ਲਾ ਚੁੱਕੇ ਸੀਗੇ, ਜਿਹੜਾ ਥਰਡ ਫੇਸ ਹੈ ਜਿਹੜਾ ਲੈਂਗਲੀ ਦਾ ਉਹ ਵੀ ਅਸੀਂ ਪੂਰਾ ਅਪਰੂਵ ਕੀਤਾ, ਜਿਹੜਾ ਕਿ ਇਟਸ ਗੋਨਾ ਕ੍ਰੀਏਟ 18,000 ਜੌਬਾਂ ਪਰ ਈਅਰ। ਦ ਕਾਈਂਡ ਆਫ ਟੋਇਆ ਨਹੀਂ ਪੱਟਿਆ ਗਿਆ ਨਾ ਤੋਂ ਸਕਾਈ ਟ੍ਰੇਨ ਲਈ, ਹੁਣ ਇਹ ਲੈਂਗਲੀ ਸਕਾਈ ਟ੍ਰੇਨ ਬਣਾਉਣਾ ਚਾਹੁੰਦੇ ਆ। ਜਿਹੜਾ ਤੁਸੀਂ 16 ਸਾਲ ਸੀਗੇ, ਜਿਹੜਾ ਇਹਨਾਂ ਦਾ ਆਪ ਦਾ ਹਲਕਾ, ਜਿਹੜਾ ਸਾਡਾ ਹਲਕਾ ਜਿੱਥੋਂ ਮੈਂ ਖੜਾ, ਜਿਹੜਾ ਕਿ 16 ਸਾਲ ਜਦ ਇਹ ਸੀਗੇ, ਇਹਨਾਂ ਨੇ ਟ੍ਰਾਂਸਿਟ ਲਈ ਕੀ ਕੀਤਾ? ਮੈਂ ਕਹਿੰਦੀ ਸਿਰਫ ਟ੍ਰਾਂਸਿਟ ਲਈ ਕੀ, ਤੁਸੀਂ ਬੇਸ਼ੱਕ ਐਜੂਕੇਸ਼ਨ ਲਈ ਕੀ ਕੀਤਾ, ਤੁਸੀਂ ਹੈਲਥ ਕੇਅਰ ਲਈ ਕੀ ਕੀਤਾ। ਅਸੀਂ ਆ ਕੇ ਆਪਣੀ ਟ੍ਰਾਂਸਿਟ ਦੇ ਵਿੱਚ ਅਸੀਂ 30% ਤੋਂ ਵੱਧ ਆ ਕੇ ਅਸੀਂ 40% ਆਪਣੀ ਫੰਡਿੰਗ ਦਾ ਜਿਹੜਾ ਸਾਡੀ ਅਸੀਂ ਰੋਕੀ ਆ ਉਹ ਵੈਸਟ ਸਾਡੇ ਕੋਲ ਵੀ ਹੈ ਜੱਸੇ ਟਨਲ ਆ, ਜਿਹੜੀ ਤੁਹਾਡੇ ਕੋਲ ਪਲਾਨ ਸੀਗੀ, ਮੇਰੇ ਸਾਰੇ ਖੜੇ ਹੁੰਦੇ ਆ, ਤੁਹਾਡੇ ਕੋਲ ਪਲਾਨ ਸੀ ਉਹ ਟੋਲ ਵਾਲੀ ਪਲਾਨ ਸੀਗੀ। ਰਵੀ ਕਾਲੋਂ ਵੀ ਹੁਣੇ ਦੱਸ ਕੇ 6000 ਲੋਕਾਂ ਨੂੰ ਟੋਲ ਵਾਲੀ ਪਲਾਨ ਸੀਗੀ, 6000 ਨੌਕਰੀਆਂ ਖੋਲੀਆਂ ਨੇ, ਲੋਕਾਂ ਦਾ ਟ੍ਰੈਫਿਕ ਪੂਰਾ ਹੋਇਆ ਹੈ। ਅਸੀਂ 18,000 ਜੌਬਸ ਹੋਰ ਕ੍ਰੀਏਟ ਕਰਾਂਗੇ। ਤੁਸੀਂ ਆਮ ਬੰਦੇ ਲਈ ਤੁਸੀਂ ਕੁਝ ਵੀ ਨਹੀਂ ਕੀਤਾ। ਤੁਸੀਂ 16 ਸਾਲ ਕੀ ਕੀਤਾ? ਤੁਸੀਂ 16 years you did not care about our kids, you did not talk about the health care। ਜਿਹੜਾ ਤੁਸੀਂ ਹਸਪੀਟਲ ਦੀ ਹੁਣ ਗੱਲ ਕਰਦੇ ਹੋ, ਤੁਸੀਂ ਕਿਹੜਾ ਬਣਾ ਲਿਆ ਹਸਪੀਟਲ ਵਾਲਾ? ਪੁਰਾਣੀ ਗੱਲਾਂ ਕੀ 16 ਸਾਲ ਤੁਸੀਂ ਰਾਜ ਵਿੱਚ ਸੀਗੇ, 16 ਸਾਲ ਤੁਸੀਂ ਰਾਜ ਵਿੱਚ ਸੀਗੇ। We just came for 3 years and ਸਾਡਾ ਜਿਹੜਾ ਟਰੈਕ ਰੈਕੋਰਡ ਹੈ speaks for itself। 2 urgent primary care centers, ਜਿਹੜਾ ਪਟੋਲੋ ਬ੍ਰਿਜ ਹੈ ਉਹ ਆਲਰੇਡੀ ਅਨਾਉਂਸ ਹੋ ਚੁੱਕਿਆ, ਉਹਦਾ ਕੰਟਰੈਕਟ ਅਸਾਈਨ ਹੋ ਚੁੱਕਿਆ ਹੈ। 18 ਨਿਊ ਸਕੂਲ
ਨਵੇਂ ਬਣਾ projects, ਰਹੇ ਆ। 18 new school projects, 8900 seats for our school kids, and also ਸਕੂਲ ਵਿੱਚ ਕੁਰਸੀਆਂ ਰੱਖ ਦੋ, ਪਰ ਸਕੂਲ ਦੀ ਬਿਲਡਿੰਗਾਂ ਨਾ ਬਣਾਓ, ਪੋਰਟੇਬਲ ਨੂੰ ਬਿਲਡਿੰਗ ਨਾ ਬਣਾਓ ਤੁਸੀਂ। ਬਿਲਕੁਲ 18 ਸਕੂਲ ਪ੍ਰੋਜੈਕਟਸ ਤੁਹਾਡੇ ਵੇਲੇ ਕਿਹੜੀ ਬਿਲਡਿੰਗ ਬਣ ਗਈ ਸੀ? ਸਾਰੇ ਸਕੂਲ ਅਸੀਂ 18 ਸਕੂਲ ਪ੍ਰੋਜੈਕਟਸ ਅਸੀਂ ਬਣਾ ਰਹੇ ਹਾਂ। ਐਂਡ ਆਈ ਨੋ ਕਿ ਮੇਰੇ ਦੋਸਤ ਅੱਗੇ ਜਿਹੜੇ ਆ ਰਹੇ ਆ ਉਹ ਵੀ ਇਹਦੇ ਬਾਰੇ ਬਿਲਕੁਲ ਗੱਲ ਕਰਨਗੇ। 18 ਨਿਊ ਸਕੂਲ ਪ੍ਰੋਜੈਕਟ, 8900 ਸੀਟਸ। ਹੁਣ ਤੁਸੀਂ ਮੇਰੇ ਨਾਲ ਗੱਲ ਕਰੋ ਦੋਸਤਾਂ ਸਾਰਿਆਂ ਨਾਲ, ਮੈਂ ਤਾਂ ਬਿਲਕੁਲ ਨਵਾਂ ਹੈ, ਤੁਸੀਂ ਤਾਂ ਨਹੀਂ ਦੋਸਤਾਂ ਦੀ ਗੱਲ ਨਾ ਤੁਹਾਡੇ ਵੀ ਦੋਸਤ ਆ ਰਹੇ ਆ, ਉਹ ਵੀ ਤੁਹਾਨੂੰ ਬਿਲਕੁਲ ਦੱਸਣਗੇ। ਬਟ ਚਲੋ ਫਿਲਹਾਲ ਤੁਹਾਡਾ ਇੱਥੇ ਸਮਾਂ ਖਤਮ ਹੁੰਦਾ ਹੈ। ਰਚਨਾ ਜੀ, ਅਗਲਾ ਸਵਾਲ ਕਰਨ ਦਾ ਤੁਹਾਨੂੰ ਮੌਕਾ ਦਿੱਤਾ ਜਾਂਦਾ ਹੈ ਔਰ ਇਹ ਲਾਸਟ ਕੁਐਸਚਨ ਹੈ। ਦਿਲਰਾਜ, ਤੁਸੀਂ ਦੋਵੇਂ ਇਹਦੇ ਤੇ ਬਹਿਸ ਕਰ ਸਕਦੇ ਹੋ। ਸਵਾਲ ਰਚਨਾ ਜੀ ਤੁਸੀਂ ਪੁੱਛੋਗੇ ਔਰ ਇਸ ਤੋਂ ਬਾਅਦ ਮੌਕਾ ਨਹੀਂ ਮਿਲਣਾ, ਹੁਣ ਕਰ ਲੈਣਾ ਜਿਹੜੀ ਬਹਿਸ ਕਰਨੀ ਹੈ, ਕਿਉਂਕਿ ਲੋਕਾਂ ਨੇ ਹੁਣੇ ਤੁਹਾਨੂੰ ਦੇਖਣਾ ਹੈ। ਜੀ ਬਿਲਕੁਲ, ਮੈਂ ਜਿਹੜਾ ਇੱਕ ਸਵਾਲ ਪੁੱਛਣਾ ਚਾਹੂੰਗੀ ਇਹਨਾਂ ਦੇ ਦਿਲਰਾਜ ਦੇ ਰਾਹੀਂ ਇਹਨਾਂ ਦੇ ਲਿਬਰਲ ਲੀਡਰ ਨੂੰ। ਉਹਨਾਂ ਨੇ ਜਦ ਅਸੀਂ ਕਿ ਡੋਮੈਸਟਿਕ ਵਾਇਲੈਂਸ ਹੈ ਜਿਹੜਾ ਕਿ ਇੱਕ ਬਹੁਤ ਹੀ ਇੱਕ ਗੰਭੀਰ ਸਮੱਸਿਆ ਹੈਗੀ ਹੈ ਔਰਤਾਂ ਲਈ, ਐਂਡ ਜਿਹਨੂੰ ਕਿ ਅਸੀਂ ਲੈ ਕੇ ਸਾਡੀ ਸਰਕਾਰ ਵਚਨਬੱਧ ਹੈ ਉਹਦੀ ਫੰਡਿੰਗ ਲੈ ਕੇ। ਤੇ ਜਿਹੜੇ ਇਹਨਾਂ ਦੇ ਲੀਡਰ ਹੈ ਜਦੋਂ ਰੇਡੀਓ ਤੇ ਆ ਕੇ ਉਹਨਾਂ ਨੇ ਰੈਡ FM ਤੇ ਆ ਕੇ ਕਿਹਾ ਸੀਗਾ ਕਿ ਦਿਸ ਇਜ਼ ਜਸਟ ਅ ਟਫ ਮੈਰਿਜ ਇਸ਼ੂ, ਉਹਨੂੰ ਇਸ ਇੱਕ ਜਿਹੜਾ ਇੱਕ ਡੋਮੈਸਟਿਕ ਵਾਇਲੈਂਸ ਨੂੰ ਇੰਨਾ ਜ਼ਿਆਦਾ ਤੁਸੀਂ ਉਹਨੂੰ ਕੈਜੂਅਲੀ ਲੈਣਾ ਤੇ ਉਹਨੂੰ ਬਿਲਕੁਲ ਇੱਕ ਸਾਰਕਾਸਟਿਕਲੀ ਉਹਦੇ ਲਈ ਆਪਣੇ ਕਮੈਂਟ ਕਰਨਾ। ਮੈਂ ਕਹੂੰਗੀ ਕਿ ਦਿਲਰਾਜ, how do you feel standing with a leader who's taking such a issue, such serious issue so lightly? ਜੀ ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੂੰਗਾ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਪੂਰੇ BCA ਦੇ ਵਿੱਚ 98% ਸਮਾਲ ਬਿਜ਼ਨਸ ਚੱਲਦੇ ਆ, ਜਿਸ ਮੈਕਸਿਮਮ ਮੈਜੋਰਿਟੀ ਲੇਡੀਜ਼ ਡੋਮੈਸਟਿਕ ਵਾਇਲੈਂਸ। ਮੈਂ ਉਸੇ ਵੱਲ ਆ ਰਿਹਾ ਜੀ। ਪਹਿਲਾਂ ਤੁਹਾਨੂੰ ਦੱਸਣਾ ਪੈਣਾ ਮੈਨੂੰ ਕਿ ਪੂਰੀ ਸਟੋਰੀ ਕੀ ਆ। 98% ਜਿਹੜੇ ਸਮਾਲ ਬਿਜ਼ਨਸਿਸ ਹੈਗੇ ਆ ਉਹ ਮੈਕਸਿਮਮ ਓਨ ਬਾਈ ਲੇਡੀਜ਼ ਆ, ਫੀਮੇਲ ਓਨ ਕਰਦੀਆਂ ਉਹਨਾਂ ਕੋਲ ਇੰਨੀ ਪਾਵਰ ਆ। ਤੇ ਤੁਸੀਂ ਕਹਿੰਦੇ ਕਿ ਸਾਡੀ ਸਰਕਾਰ ਬਿਜ਼ਨਸ ਵਾਲਿਆਂ ਦੀ ਸਰਕਾਰ ਆ, ਅਸੀਂ ਫੀਮੇਲਸ ਨੂੰ ਪ੍ਰਮੋਟ ਕਰ ਰਹੇ ਹਾਂ ਉਹਦੇ ਨਾਲ। ਅਸੀਂ ਚਾਹੁੰਦੇ ਹਾਂ ਕਿ ਬਿਜ਼ਨਸ ਹੋਰ ਬੂਮ ਹੋਵੇ। ਜਦੋਂ ਬਿਜ਼ਨਸ ਚੱਲਦਾ ਆ ਤਾਂ ਉਹ 2-3-4 EMPLOYE ਹੋਰ ਰੱਖ ਸਕਦੇ ਆ। ਅਸੀਂ ਕਿਹਨੂੰ ਬੜਾਵਾ ਦੇ ਰਹੇ ਹਾਂ? ਫੀਮੇਲਸ ਨੂੰ ਬੜਾਵਾ ਦੇ ਰਹੇ ਹਾਂ। ਤੇ ਜਿਹੜੀ ਤੁਹਾਡੀ ਡੋਮੈਸਟਿਕ ਵਾਇਲੈਂਸ ਦੀ ਗੱਲ ਹੈ, ਬਹੁਤ ਪ੍ਰੋਗਰਾਮਸ ਹੈਗੇ ਆ ਸਰਕਾਰ ਵੱਲੋਂ ਜਿਹੜੇ ਅਸੀਂ ਇਸ਼ੂ ਕਰਾਂਗੇ। ਪਰ ਜਿਹੜੇ ਤੁਹਾਡੇ ਲੀਡਰ ਨੇ ਇਹਨੂੰ ਬਹੁਤ ਹੀ ਜ਼ਿਆਦਾ ਇੱਕ ਸਰਕਾਸਟਿਕਲੀ ਲਿਆ, ਉਹਨੂੰ ਕਿਹਾ ਕਿ ਇੱਕ ਟਫ ਮੈਰਿਜ ਹੈਗੀ ਹੈ, ਜਦਕਿ ਇੱਕ ਔਰਤ ਜਿਹੜੀ ਬੜਾ ਅੱਛਾ ਟਾਰਗੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਪਰ ਅੱਜ ਜਿਹੜੀ ਸਦੀ ਦੀ ਆਵਾਮ ਆ ਉਹ ਬਹੁਤ ਸਮਝਦਾਰ ਆ, ਉਹ ਇਹਨਾਂ ਕੋਲੋਂ ਟਾਰਗੇਟ ਨਹੀਂ ਹੋਣੇ ਕਿ ਤੁਹਾਡੇ ਲੀਡਰ ਨੇ ਆਹ ਬਿਆਨ ਦਿੱਤਾ। ਸਾਨੂੰ ਰਿਜ਼ਲਟ ਚਾਹੀਦੇ ਆ, ਜੋ ਕਿ ਤੁਹਾਡੀ ਸਰਕਾਰ ਫੇਲ ਹੁੰਦੀ ਰਹੀ ਦਿੰਦੇ ਹੋਏ। ਬਿਲਕੁਲ, ਅਸੀਂ ਤਾਂ ਰਿਜ਼ਲਟ ਦਿੱਤੇ, ਅਸੀਂ ਰਿਜ਼ਲਟ ਦੇ ਰਹੇ ਹਾਂ। ਅਸੀਂ ਇਨਵੈਸਟਮੈਂਟ ਉਸ ਚੀਜ਼ ਕੀਤੀ ਹੈ ਜਿਹੜੀ ਤੁਸੀਂ ਨਹੀਂ ਕੀਤੀ। ਸਰੀ ਦੀ ਲੇਡੀਜ਼, ਸਰੀਆਂ ਦੀ ਮਾਵਾਂ ਭੈਣਾਂ ਅੱਜ ਉਹ ਬਹੁਤ ਕਾਮਯਾਬ, ਬਹੁਤ ਸਕਸੈਸਫੁਲ ਤੇ ਬਹੁਤ ਹਿੰਮਤ ਵਾਲੀ ਔਰਤਾਂ ਆ, ਤੇ ਮੇਰਾ ਸਲਾਮ ਹੈ ਉਹਨਾਂ ਨੂੰ। ਤੇ ਤੁਸੀਂ ਉਹਨਾਂ ਨੂੰ ਕਮਜ਼ੋਰ ਨਾ ਬਣਾਓ ਆਹ ਗੱਲ ਕਰਕੇ। ਤੁਸੀਂ ਆਹ ਗੱਲ ਕਰਕੇ ਕਿ ਟਾਰਗੇਟ ਕੀਤਾ ਗਿਆ ਹੈ, ਗਲਤ ਗੱਲ ਆ। ਇਹ ਗੱਲ ਬਿਲਕੁਲ ਨਾ ਕਰੋ। ਅਸੀਂ ਬਿਲੀਵ ਕਰਦੇ ਹਾਂ ਪਾਰਲੀਮੈਂਟ ਦੇ ਵਿੱਚ ਤੇ ਇਕੁਐਲਿਟੀ ਦੇ ਵਿੱਚ। ਤੁਸੀਂ ਪਲੀਜ਼ ਇਹ ਗਲਤ ਗੱਲ ਕਰ ਰਹੇ ਹੋ ਤੇ ਮੈਂ ਚਾਹੂੰਗਾ ਕਿ ਤੁਸੀਂ ਇਹ ਗੱਲ ਨਾ ਕਰੋ ਹੁਣ, ਕਿਉਂਕਿ ਅਸੀਂ ਚਾਹੁੰਦੇ ਕਿ ਵੂਮਨ ਐਮਪਾਵਰਮੈਂਟ ਹੋਵੇ। ਅਸੀਂ ਇਕੁਐਲਿਟੀ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀਆਂ, ਟੈਕਸੀ ਚਲਾਉਂਦੀਆਂ, ਟਰੱਕ ਚਲਾਉਂਦੀਆਂ, ਬਿਲਕੁਲ ਕਰੇ। ਪਰ ਜਿਹੜੀ ਔਰਤ ਇੱਕ ਮਾਰਜਨਲਾਈਜ਼ਡ ਔਰਤ ਹੈ ਜਿਹੜੀ ਇੱਕ ਡੋਮੈਸਟਿਕ ਵਾਇਲੈਂਸ ਦੀ ਸ਼ਿਕਾਰ ਹੋ ਰਹੀ ਹੈ, ਉਹਦੇ ਲਈ ਤੁਹਾਡੇ ਇੰਨੇ ਦੇਰ ਜਿਹੜੀ ਤੁਸੀਂ ਰਿਸੋਰਸਿਸ ਨਹੀਂ ਪਾਏ, ਫਿਰ ਤੁਹਾਡਾ ਲੀਡਰ ਆ ਕੇ ਉਸ ਬਾਰੇ ਕਹਿੰਦਾ ਕਿ ਇਟਸ ਅ ਟਫ ਮੈਰਿਜ। ਆਈ ਥਿੰਕ ਦਿਸ ਇਜ਼ ਅ ਵੈਰੀ ਵੈਲਿਡ ਕੁਐਸਚਨ। ਤੁਸੀਂ ਦੁਬਾਰਾ ਆ ਕੇ ਇੱਕ ਸਟੇਟਮੈਂਟ ਬਾਹਰ ਉਹਨੂੰ ਖਰੀਦ ਰਹੇ ਹੋ ਕਿਉਂਕਿ ਤੁਹਾਡੇ ਕੋਲ ਜਵਾਬ ਨਹੀਂਗਾ ਜਿਹੜੀ ਗੱਲ ਨਹੀਂ ਜਵਾਬ ਕਿਸ ਤਰ੍ਹਾਂ ਦਾ? Do you have an answer for that? What is your solution for domestic violence? What have you done for it? ਜਿਸ ਤਰ੍ਹਾਂ ਮੈਂ ਬੋਲਿਆ ਕਿ ਹੁਣ ਚਲੋ ਬਿਲਕੁਲ, ਹੁਣ ਸਮਾਂ ਤਾਂ ਅੱਗੇ ਇਜਾਜ਼ਤ ਨਹੀਂ ਦੇਗਾ, ਮਤਲਬ ਥੋੜੀ ਬਹਿਸ ਜਿਹੜੀ ਇੱਥੇ ਰੋਕਣੀ ਪੈਣੀ ਹੈ। ਪਰ ਇਸ ਡਿਬੇਟ ਦੇ, ਇਸ ਹਲਕੇ ਦੀ ਡਿਬੇਟ ਦੀ ਜਿਹੜੀ ਕਲੋਜ਼ਿੰਗ ਦੇ ਵਿੱਚ ਤੁਸੀਂ ਇੱਕ ਮਿੰਟ ਵਿੱਚ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਹਿ ਸਕਦੇ ਹੋ, ਆਪਣੀ ਗੱਲ ਜਿਹੜੀ ਹੈ ਰੱਖ ਸਕਦੇ ਹੋ। ਰਚਨਾ ਸਿੰਘ ਜੀ ਕੀ ਕਹਿਣਾ ਚਾਹੋਗੇ? ਜੀ ਬਿਲਕੁਲ, ਇੱਕ ਤਾਂ ਮੈਂ ਫਿਰ ਤੋਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਕਿ ਇਹ ਵਾਲਾ ਤੁਸੀਂ ਇੱਕ ਮੌਕਾ ਦਿੱਤਾ ਚੈਨਲ ਪੰਜਾਬੀ ਵਾਲਿਆਂ ਨੇ ਇਸ ਚੀਜ਼ ਨੂੰ ਸਾਰੇ ਲੋਕਾਂ ਦੇ ਰੂਬਰੂ ਹੋਣ ਦਾ। ਤੇ ਪਲੱਸ ਮੈਂ ਬਹੁਤ ਜ਼ਿਆਦਾ ਪ੍ਰਿਵਿਲੇਜ ਫੀਲ ਕਰਦੀ ਹਾਂ ਕਿ 3 ਸਾਲ ਜਿਹੜਾ ਮੈਂ ਲੈਜਿਸਲੇਚਰ 'ਚ ਜਾ ਸਕੀ, ਸਾਰੇ ਜਿਹੜੇ ਮੇਰੇ ਗ੍ਰੀਨ ਟਿੰਬਰਸ ਦੇ ਜਿਹੜੇ ਰੈਜ਼ੀਡੈਂਟਸ ਹੈ ਉਹਨਾਂ ਦੇ ਪਿਆਰ ਸਦਕਾ। ਉਹਨਾਂ ਦੇ ਲੈਜਿਸਲੇਚਰ ਵਿੱਚ ਜੇ ਦੇਖੋ, ਜੇ ਮੈਂ ਉਹਨਾਂ ਦੀ ਆਵਾਜ਼ ਬਣ ਕੇ ਉਭਰੀ, ਬੇਸ਼ੱਕ ਉਹ ਅਫੋਰਡੇਬਿਲਟੀ ਦਾ ਇਸ਼ੂ ਸੀਗਾ, ਉਹ ਚਾਈਲਡ ਕੇਅਰ ਦਾ ਇਸ਼ੂ ਸੀਗੇ, ਉਹ ਹਿਊਮਨ ਰਾਈਟਸ ਦੇ ਇਸ਼ੂ ਸੀਗੇ ਜਿਹਦੇ ਉੱਤੇ ਮੈਂ ਹਮੇਸ਼ਾ ਆਵਾਜ਼ ਚੱਕੀ ਹੈਗੀ ਹੈ, ਜਾਂ ਉਹ ਸਾਡੇ ਬੱਚਿਆਂ ਦੀ ਐਜੂਕੇਸ਼ਨ ਦਾ ਇਸ਼ੂ ਹੈਗਾ। ਉਹਦੇ ਸਦਕਾ ਹੀ ਅਸੀਂ ਇਨਵੈਸਟਮੈਂਟ ਕਰ ਸਕੇ ਹੈਗੇ ਹਾਂ। 18 ਨਵੇਂ ਸਕੂਲ ਪ੍ਰੋਜੈਕਟ, MSP ਪ੍ਰੀਮੀਅਮਸ ਐਲੀਮੀਨੇਟ ਹੋਣਾ, ਮਿਨੀਮਮ ਵੇਜ ਵਧਣਾ ਜਾਂ ਟੋਲਸ ਹਟਾਉਣਾ, ਤੇ ਹੋਰ ਚਾਈਲਡ ਕੇਅਰ ਸਪੇਸਿਸ ਕ੍ਰੀਏਟ ਕਰਨਾ। ਅਸੀਂ ਜਾਣਦੇ ਹਾਂ ਕਿ ਪਿਛਲੇ ਕੋਵਿਡ ਦਾ ਅਸੀਂ ਬਹੁਤ ਜ਼ਿਆਦਾ ਇੱਕ ਕ੍ਰਾਈਸਿਸ ਵਿੱਚੋਂ ਡੀਲ ਕਰ
ਰਹੇ ਹਾਂ ਕਿ ਪੂਰੀ ਦੁਨੀਆ ਵਿੱਚ ਜਿਹੜਾ ਇੱਕ BC ਇੱਕ ਰੋਲ ਮਾਡਲ ਵਜੋਂ ਉੱਭਰ ਕੇ ਆਇਆ ਹੈਗਾ। ਅਸੀਂ ਸਾਇੰਸ ਐਂਡ ਰਿਸਰਚ ਨੂੰ ਅੱਗੇ ਰੱਖ ਕੇ ਕੋਵਿਡ ਦਾ ਸਾਹਮਣਾ ਕੀਤਾ ਹੈਗਾ ਤੇ ਅਸੀਂ ਹੁਣ ਜਿਹੜਾ ਇਹ ਟਾਈਮ ਹੈਗਾ ਵੀ ਵਾਂਟ ਟੂ ਹੈਵ ਦ ਮੈਂਡੇਟ ਆਫ ਦ ਪੀਪਲ ਸੋ ਦੈਟ ਵੀ ਕੈਨ ਕੰਟੀਨਿਊ ਦ ਵਰਕ ਜਿਹੜਾ ਅਸੀਂ 3 ਸਾਲਾਂ ਤੋਂ ਸ਼ੁਰੂ ਕੀਤਾ ਸੀਗਾ ਤੇ ਅਸੀਂ ਲੋਕਾਂ ਲਈ ਲੋਕਾਂ ਨੂੰ ਨਾਲ ਰਹਿ ਕੇ ਉਹਨਾਂ ਨਾਲ ਕੰਮ ਕਰ ਸਕੀਏ। ਜੀ ਦਿਲਰਾਜ ਕੀ ਮੈਸੇਜ ਦੇਣਾ ਚਾਹੋਗੇ ਜੀ ਮੈਂ ਸਰੀਵਾਲ ਸਾਰਿਆਂ ਨੂੰ ਪਹਿਲਾਂ ਸਤਿ ਸ਼੍ਰੀ ਅਕਾਲ ਸਾਨੂੰ ਬੇਨਤੀ ਕਰੂੰਗਾ ਕਿ ਅਸੀਂ ਵੋਟ ਦਾ ਹੱਕ ਬੜੀ ਮੁਸ਼ਕਿਲ ਨਾਲ ਕਮਾਇਆ, ਬੜੀ ਜਹਿਦ ਮਿਹਨਤ ਨਾਲ ਕਮਾਇਆ। ਤੁਸੀਂ ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਕਰੋ ਤੇ ਵੋਟ ਜ਼ਰੂਰ ਪਾਇਓ, ਸਹੀ ਸਰਕਾਰ ਨੂੰ ਪਾਇਓ, ਆਪਣੀ ਸਹੀ ਡਿਸੀਜਨ ਬਣਾਇਓ। ਦੂਸਰੀ ਗੱਲ ਜੀ, ਬਹੁਤ ਟਾਈਮ ਤੋਂ ਸੁਣ ਰਹੇ ਸੀ ਅਸੀਂ ਕਿ ਵੀ ਕੋਈ ਯੂਥ ਅੱਗੇ ਨਹੀਂ ਆਉਂਦਾ, ਸਟੈਪ ਫਾਰਵਰਡ ਨਹੀਂ ਕਰਦਾ, ਪੋਲਿਟਿਕਸ ਵਿੱਚ ਆਉਂਦਾ ਨਹੀਂਗਾ, ਪੁਰਾਣੀ ਗੱਲਾਂ ਚੱਲ ਰਹੀਆਂ, ਪੁਰਾਣੀ ਥਿੰਕਿੰਗ ਚੱਲ ਰਹੀ ਹੈ, ਇੰਡੀਆ ਸਟਾਈਲ ਪੋਲਿਟਿਕਸ ਹੋ ਰਹੀ ਹੈ। ਅੱਜ ਤੁਹਾਡੇ ਕੋਲ ਮੌਕਾ ਆ, ਅੱਜ ਤੁਸੀਂ ਮੈਨੂੰ ਆਪਣਾ ਕੌਨਫੀਡੈਂਸ ਦਿਓ ਤਾਂ ਕਿ ਮੈਂ ਅੱਗੇ ਆਵਾਂ, ਤੁਹਾਡੀਆਂ ਗੱਲਾਂ ਵਿਕਟੋਰੀਆ ਲੈ ਕੇ ਜਾਵਾਂ। ਜੋ ਕਿ ਅੱਜ ਦੇ MLA ਜਿਹੜੇ ਪੁਰਾਣੇ MLA ਅੱਜ ਤੱਕ ਲੈ ਕੇ ਨਹੀਂ ਜਾ ਪਾਏ, ਉਹ ਉੱਥੇ ਜਾ ਕੇ ਚਾਹ ਪੀਂਦੇ ਆ, ਤੁਹਾਡੀ ਗੱਲ ਗਾਹਾਂ ਲੈ ਕੇ ਨਹੀਂ ਜਾਂਦੇ। ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਸਮਝਦਾਰੀ ਨਾਲ ਆਪਣਾ ਵੋਟ ਪਾਓ ਤੇ ਸਾਨੂੰ ਅੱਗੇ ਲੈ ਕੇ ਆਓ ਤਾਂ ਕਿ ਅਸੀਂ ਮਿਲ ਕੇ ਤੁਹਾਡੀਆਂ ਪ੍ਰੋਬਲਮ ਦਾ ਸੋਲੂਸ਼ਨ ਕੱਢੀਏ, ਸਰੀ ਦੀਆਂ ਤੇ BC ਦੀਆਂ ਵੀ। ਥੈਂਕ ਯੂ ਜੀ। ਸੋ ਰਚਨਾ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਚੈਨਲ ਪੰਜਾਬੀ ਦੀ ਡਿਬੇਟ ਦਾ ਹਿੱਸਾ ਬਣਨ ਦਾ। ਦਿਲਰਾਜ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਬੜੀ ਬੇਬਾਕੀ ਨਾਲ ਤੁਸੀਂ ਦੋਹਾਂ ਨੇ ਆਪਣੀ ਗੱਲ ਰੱਖੀ, ਬਹੁਤ ਬਹੁਤ ਸ਼ੁਕਰੀਆ ਦੋਵਾਂ ਦਾ। ਸੋ ਸਰੀ ਗ੍ਰੀਨ ਟਿੰਬਰਸ ਹਲਕੇ ਦੀ ਅਸੀਂ ਇੱਥੇ ਗੱਲ ਕਰ ਰਹੇ ਸੀਗੇ। ਜਦੋਂ ਗੱਲਬਾਤ ਸ਼ੁਰੂ ਹੋਈ ਮੁੱਦਿਆਂ ਤੋਂ ਤਾਂ ਜ਼ਰੂਰ ਹੋਈ ਹੈ, ਹਾਲਾਂਕਿ ਬੜੇ ਇੰਟਰਸਟਿੰਗ ਜਿਹੜੇ ਇਸ਼ੂ ਸੀਗੇ ਉਹਨਾਂ ਦੇ ਉੱਤੇ ਇੱਥੇ ਗੱਲਬਾਤ ਹੋਈ ਹੈ। ਇੱਕ ਤਾਂ ਸੀਗਾ ਕਿ ਜਿਹੜੇ ਪੰਜਾਬ ਦੇ ਜਿਹੜੇ ਸਿਆਸਤਦਾਨ ਨੇ ਉਹ ਸਰੀ ਦੀ ਇਲੈਕਸ਼ਨ ਦੇ ਵਿੱਚ ਕੁੱਦ ਕਿਉਂ ਰਹੇ ਨੇ, ਆਪਣੀ ਸਲਾਹ ਕਿਉਂ ਦੇ ਰਹੇ ਨੇ, ਉਸ 'ਤੇ ਵੀ ਪੁੱਛਿਆ ਗਿਆ। ਜਵਾਬ ਹਾਲਾਂਕਿ ਵੋਟਰ ਤੁਸੀਂ ਹੋ, ਤੁਸੀਂ ਸਾਰਿਆਂ ਨੇ ਸੁਣ ਹੀ ਲਿਆ ਕਿ ਕੀ ਜਵਾਬ ਲਿਬਰਲ BC ਲਿਬਰਲ ਦੇ ਉਮੀਦਵਾਰ ਦੇ ਵੱਲੋਂ ਦਿੱਤਾ ਗਿਆ। ਇਸ ਤੋਂ ਇਲਾਵਾ ਰਚਨਾ ਸਿੰਘ ਨੇ ਵੀ ਬੜੀ ਬੇਬਾਕੀ ਨਾਲ ਆਪਣੀ ਗੱਲ ਰੱਖੀ ਹੈ। ਉਹਨਾਂ ਨੇ ਹਾਲਾਂਕਿ ਲਿਬਰਲ ਦੇ ਉੱਤੇ ਥੋੜ੍ਹਾ ਇਹ ਇਲਜ਼ਾਮ ਜ਼ਰੂਰ ਲਗਾ ਦਿੱਤਾ ਹੈ ਕਿ ਜਿਹੜਾ ਔਰਤਾਂ ਨੂੰ ਜੋ ਹੈ ਉਹ ਘੱਟ ਅੱਗੇ ਰੱਖਿਆ ਜਾ ਰਿਹਾ ਹੈ, ਔਰਤਾਂ ਨਾਲ ਥੋੜ੍ਹਾ ਜਿਹਾ ਜਿਹੜਾ ਹੈ ਉਹਨਾਂ ਨੂੰ ਪਿੱਛੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ 'ਤੇ ਦਿਲਰਾਜ ਨੇ ਆਪਣਾ ਜਵਾਬ ਵੀ ਹਾਲਾਂਕਿ ਰੱਖ ਦਿੱਤਾ ਹੈ। ਸੋ ਕਾਫੀ ਅਹਿਮ ਜਿਹੜੀ ਕਹਿ ਸਕਦੇ ਆ ਗੱਲਬਾਤ ਇਸ ਸੀਟ ਦੇ ਉੱਤੇ ਵੀ ਰਹੀ ਹੈ, ਇਸ ਹਲਕੇ ਦੇ ਉੱਤੇ ਵੀ ਰਹੀ ਹੈ। ਬਾਕੀ ਵੋਟਰ ਤੁਸੀਂ ਹੋ, ਤੁਸੀਂ ਸੋਚ ਵਿਚਾਰ ਕਰਨਾ ਹੈ ਕਿ ਕਿਸ ਦੀ ਗੱਲ ਜਿਹੜੀ ਹੈ ਤੁਹਾਡੇ ਦਿਲ ਨੂੰ ਛੋਈ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।